ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹੇ ਪ੍ਰਾਣਨਾਥ ਗੋਬਿੰਦ, ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਣ, ਕਰੁਣਾ ਮੈਂ ਸਭ ਦੁਖ ਹਰੋ। ਹੇ ਸਰਣ ਜੋਗ ਦਇਆਲਾ, ਦੀਨਾਨਾਥ ਮਇਆ ਕਰੋ। ਸਰੀਰ ਸਵਾਸਥ ਖੀਣ ਸਮੈ, ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵਹਿ। ਮਸਕੰ ਭਗਨੰਤ ਸੈਲੰ, ਕਰਦਮੰ ਤਰੰਤ ਪਪੀਲ ਕਹਿ। ਸਾਗਰੰ ਲੰਘੰਤ ਪਿੰਗੰ, ਤਮ ਪ੍ਰਗਾਸ ਅੰਧ ਕਹਿ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਪ੍ਰਵਾਣ ਗਣੀ ਸਈਏ ਆਏ, ਸਫਲ ਤਿਨਾ ਕੇ ਕਾਮਾ। ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ, ਕੇਸਾਂ ਕਾ ਕਰ ਚਵਰ ਢੁਲਾਵਾ। ਚਰਨ ਧੂੜ ਮੁਖ ਲਾਈ, ਜਨਮ ਮਰਨ ਦੁਹੂ ਮੈਂ ਨਾਹੀ। ਜਨ ਪਰ ਉਪਕਾਰੀ ਆਏ, ਜੀ ਅਦਾਨ ਦੇ ਭਗਤੀ ਲਾਇਨ। ਹਰ ਸਿਉ ਲੈਨ ਮਿਲਾਏ, ਸੱਚਾ ਅਮਰ ਸੱਚੀ ਪਾਤਸ਼ਾਹੀ। ਸੱਚੇ ਸੇਤੀ ਰਾਤੇ, ਸੱਚਾ ਸੁਖ ਸੱਚੀ ਵਡਿਆਈ। ਜਿਸ ਕੇ ਸੇ ਤਿਨ ਜਾਤੇ, ਪੱਖਾ ਫੇਰੀ ਪਾਣੀ ਢੋਵਾਂ। ਹਰ ਜਨ ਕੈ ਪੀਸਣ ਪੀਸ ਕਮਾਵਾਂ। ਨਾਨਕ ਕੀ ਪ੍ਰਭ ਪਾਸ ਬੇਨੰਤੀ, ਤੇਰੇ ਜਨ ਦੇਖਣ ਪਾਵਾਂ। ਨਾਨਕ ਕਚੜਿਆ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆ। ਓਏ ਜੀਵਨ ਦੇ ਵਿਛੜਾ, ਓਏ ਮੋਇਆ ਨਾ ਜਾਹੀ ਛੋੜ। ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ। ਜਿਨਾ ਸਾਸ ਗਰਾਸ ਨਾ ਵਿਸਰੈ, ਤੇ ਪੂਰੇ ਪੁਰਖ ਪ੍ਰਧਾਨ। ਜਿਨਾ ਨਾ ਵਿਸਰੈ ਨਾਮ, ਸੇ ਕਿਨੇਹਿਆ। ਭੇਦ ਨ ਜਾਣੋ ਮੂਲ, ਸਾਈਂ ਜੇਹਿਆ। ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਸਮੁੱਚੇ ਸੰਸਾਰ ਦੇ ਸਾਂਝੇ ਰਹਿਬਰ, ਗਿਆਨ ਵਿਰਾਗ ਭੋਗ ਮੋਖ ਸ਼ਕਤੀਆਂ ਸਮਰੱਥਾ ਦੇ ਮਾਲਕ,
ਨਾਮ ਦੇ ਭੰਡਾਰ ਸਮੁੰਦਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ। ਹਜ਼ੂਰ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ, ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦੀ ਸੰਪੂਰਨਤਾ ਦੇ ਸੰਬੰਧ ਵਿੱਚ ਉਸ ਦਿਹਾੜੇ ਨੂੰ, ਉਸ ਯਾਦ ਨੂੰ ਮਨਾਉਂਦਿਆਂ ਹੋਇਆਂ, ਜਦੋਂ ਦਸ਼ਮੇਸ਼ ਪਾਤਸ਼ਾਹ ਨੇ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਜ਼ਿਲ੍ਹਾ ਬਠਿੰਡਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਸਮੇਤ ਦੁਬਾਰਾ ਇੱਕ ਓੰਕਾਰ ਤੋਂ ਲੈ ਕੇ 18-10-20 ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਕੰਠਾਗਰ ਇਹ ਬਾਣੀ ਉਚਾਰਨ ਕਰਕੇ 9 ਮਹੀਨੇ ਤੇ 9 ਦਿਨੇ ਤਲਵੰਡੀ ਰੱਖੇ ਮੁਕਾਮ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਸੰਪੂਰਨ ਕੀਤਾ ਅਤੇ ਰੋਜ਼ਾਨਾ 9 ਮਹੀਨੇ ਤੇ 9 ਦਿਨ ਅੰਮ੍ਰਿਤ ਵੇਲੇ ਹਜ਼ੂਰ ਬਾਣੀ ਉਚਾਰਦੇ ਰਹੇ। ਸ਼ਾਮਾਂ ਨੂੰ ਇਸ ਬਾਣੀ ਦੀ ਕਥਾ ਵਿਆਖਿਆ ਵੀ ਸਿੰਘਾਂ ਨੂੰ ਸੁਣਾਉਂਦੇ ਰਹੇ ਔਰ ਇਸ ਤਰ੍ਹਾਂ 1706 ਸੰਨ ਈਸਵੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਸਰੂਪ ਸੰਪੂਰਨ ਕੀਤਾ। ਉਸ ਦਿਨ ਨੂੰ, ਉਸ ਯਾਦ ਨੂੰ ਮਨਾਉਂਦਿਆਂ ਹੋਇਆਂ ਅਤੇ ਗੁਰੂ ਮਹਾਰਾਜ ਦੇ ਦਰੋਂ ਬਰੋਂ ਸਾਈ ਹੋਈ ਦਮਦਮੀ ਟਕਸਾਲ ਦੇ 13ਵੇਂ ਜਥੇਦਾਰ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਕੌਮ ਦੇ ਲੇਖੇ ਲਾਇਆ ਔਰ ਮਹਾਨ ਉਹ ਬਹੁਤ ਉੱਚੀ ਸੁੱਚੀ ਸੇਵਾ ਕਰਕੇ ਗਏ ਨੇ ਕੌਮ ਦੀ, ਔਰ ਉਹ ਪੰਥ ਦੇ ਰਤਨ ਸਨ। ਉਹਨਾਂ ਦੀ ਸੇਵਾ ਸੁਨਹਿਰੀ ਅੱਖਰਾਂ ਵਿੱਚ ਲਿਖੀ ਹੋਈ ਹੈ ਔਰ ਸਦਾ ਵਾਸਤੇ ਪੰਥ ਉਹਨਾਂ ਦੀ ਇਸ ਸੇਵਾ ਦਾ ਰਿਣੀ ਰਹੇਗਾ। ਉਹਨਾਂ ਮਹਾਂਪੁਰਸ਼ਾਂ ਦੀ ਯਾਦ ਮਨਾਉਂਦਿਆਂ 41ਵੀਂ ਸਾਲਾਨਾ ਬਰਸੀ ਮਨਾਉਂਦਿਆਂ ਹੋਇਆਂ ਆਪ ਸਤਿਗੁਰਾਂ ਦੇ ਬਖਸ਼ੇ ਹੋਏ ਉਦਮ ਪ੍ਰਸ਼ਾਰਥ ਦਾ ਸਦਕਾ ਪ੍ਰੇਮੀ ਜਨਾਂ ਨੇ ਆਪ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਹਰ ਸਾਲ ਦੀ ਤਰ੍ਹਾਂ ਇਹ 4 ਰੋਜ਼ਾ ਸਮਾਗਮ ਕੱਲ੍ਹ ਦੇ ਦਿਨ ਤੋਂ ਆਰੰਭ ਕੀਤਾ ਹੋਇਆ। ਕੱਲ੍ਹ ਵੀ ਆਪ ਜੀ ਨੇ ਹਾਜ਼ਰੀਆਂ ਭਰੀਆਂ ਸਨ। ਅੱਜ 12 ਵਜੇ ਤੋਂ ਲੈ ਕੇ ਇਹ ਦੀਵਾਨ ਆਰੰਭ ਹੋਇਆ ਅਤੇ ਸਮੇਂ ਅਨੁਸਾਰ ਆਪ ਸੰਗਤਾਂ ਲਾਹਾ ਲੈ ਰਹੇ ਹੋ। ਮੇਰੇ ਤੋਂ ਪਹਿਲਾਂ ਆਪ ਜੀ ਨੇ ਸੱਚਖੰਡ ਹਰਿਮੰਦਰ ਸਾਹਿਬ ਤੋਂ ਆਏ ਹੋਏ ਰਾਗੀ ਸਿੰਘ ਭਾਈ ਸਤਨਾਮ ਸਿੰਘ ਕੁਹਾੜਕਾ ਜੀ, ਕੁਹਾੜਕਾ ਪਿੰਡ ਉਹਨਾਂ ਦਾ, ਉਹਨਾਂ ਪਾਸੋਂ ਗੁਰੂ ਕੀ ਪਾਵਨ ਬਾਣੀ ਦਾ ਰਸ ਭਿੰਨਾ ਸ਼ਬਦ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਕੁਝ ਸ਼ਬਦਾਂ ਦਾ ਇੱਕ 10ਵੇਂ ਗ੍ਰੰਥ ਵਿੱਚੋਂ ਸ਼ਬਦ ਦਾ ਕੀਰਤਨ ਸਰਵਣ ਕਰਕੇ ਆਪਣੇ ਮਨਾਂ ਨੂੰ ਸ਼ਰਸ਼ਾਰ ਕੀਤਾ, ਤਰੋ ਤਾਜ਼ਾ ਕੀਤਾ। ਦਾਸ ਨੂੰ ਉੱਪਰ ਸਟੇਜ ਦੇ ਆਉਣ ਤੋਂ ਪਹਿਲਾਂ ਭਾਈ ਸਾਹਿਬ ਸੈਕਟਰੀ ਸਾਹਿਬ ਨੇ ਕੰਨ ਵਿੱਚ ਆਗਿਆ ਕੀਤੀ ਹੈ ਕਿ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੈ ਅਤੇ ਉਹ ਵੀ ਬੇਨਤੀ ਸੰਗਤ ਨੂੰ ਕਰ ਦਿਓ। ਇਸ ਸੰਬੰਧ ਵਿੱਚ ਹੀ ਅੱਜ ਦੀ ਵਿਚਾਰ ਦਾਸ ਪੇਸ਼ ਕਰਨ ਦਾ, ਨਿਰੂਪਣ ਕਰਨ ਦਾ ਨਿਮਾਣਾ ਜਿਹਾ ਯਤਨ ਕਰੇਗਾ। ਆਪ ਜੀ ਨੇ ਤਵੱਜੋ ਦੇਣੀ। ਗੁਰੂ ਕੇ ਪਿਆਰਿਓ, ਧਰਮ 2 ਤਰ੍ਹਾਂ ਦਾ ਹੈ ਔਰ ਇਨਸਾਨੀ ਜਾਮੇ ਵਾਸਤੇ ਧਰਮ ਕਮਾਉਣਾ ਨਿਹਾਇਤ ਜ਼ਰੂਰੀ ਹੈ। ਜਿਸ ਤਰ੍ਹਾਂ ਕਿਸੇ ਵੀ ਸੰਸਥਾ ਜਾਂ ਕਿਸੇ ਵੀ ਸਭਾ ਸੁਸਾਇਟੀ ਜਾਂ ਕਿਸੇ ਸਮਾਜ ਵਿੱਚ ਕੁਝ ਨਿਯਮ ਬਣਾਏ ਜਾਂਦੇ ਨੇ ਜਿਨ੍ਹਾਂ ਦੇ ਤਹਿਤ ਉਹ ਸਮਾਜ ਸਹੀ ਢੰਗ ਨਾਲ ਵਿਚਰਦਾ ਹੈ, ਲੋਕ ਸੁਰਖਰੂ ਹੋ ਕੇ ਆਪਣਾ ਜੀਵਨ ਬਤੀਤ ਕਰਦੇ ਨੇ। ਕਿਉਂਕਿ ਅਸੀਂ ਮਨੁੱਖ ਹਾਂ, ਸਾਨੂੰ ਸਾਰੀਆਂ ਬਾਕੀ ਜੂਨਾਂ ਨਾਲੋਂ ਉੱਤਮ ਬੁੱਧ ਪਰਮਾਤਮਾ ਨੇ ਬਖਸ਼ੀ ਹੋਈ ਹੈ। ਬੁਰੇ ਭਲੇ ਦਾ ਗਿਆਨ ਮਨੁੱਖੀ ਜੀਵਨ ਦੇ ਅੰਦਰ ਹੈ। ਵੈਸੇ ਤਾਂ ਆਤਮਾ ਸਾਰੀ ਦੀ ਸਾਰੀ ਗਿਆਨ ਸਰੂਪ ਹੈ, ਸਭ ਦੇ ਅੰਦਰ ਗਿਆਨ ਹੈ, ਪਰ ਬਾਕੀਆਂ ਜੂਨਾਂ ਨਾਲੋਂ ਖਾਸ ਤੌਰ 'ਤੇ ਮਨੁੱਖ ਦੇ ਤਾਈਂ ਪਰਮਾਤਮਾ ਨੇ ਖਾਸ ਬੁੱਧ ਬਖਸ਼ਿਸ਼ ਕੀਤੀ ਹੈ। ਇੱਕ ਛੋਟਾ ਜਿਹਾ ਗ੍ਰੰਥ ਹੈ ਸਾਰ ਉਕਤਾਵਲੀ, ਉਸ ਦੇ ਕਰਤਾ ਪੰਡਤ ਹਰਦਿਆਲ ਦਾ ਲਿਖਿਆ ਹੋਇਆ ਇੱਕ ਬਚਨ ਹੈ। ਇੱਕ ਇਹ ਵੀ ਮੈਂ ਆਪ ਦੀ ਗਿਆਤ ਵਾਸਤੇ ਅਰਜ਼ ਕਰਦਿਆਂ, ਅੱਜ ਕੱਲ੍ਹ ਐਸਾ ਵੀ ਪ੍ਰਚਾਰ ਕੀਤਾ ਜਾ ਰਿਹਾ ਕਿ ਦੂਜੇ ਧਰਮ ਦੇ ਕਿਸੇ ਬੰਦੇ ਦਾ ਨਾਂ ਨਾ ਲਿਆ ਜਾਏ। ਇਹ ਗਲਤ ਧਾਰਨਾ ਹੈ। ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਪੜ੍ਹਾਂਗੇ
ਤਾਂ ਗੁਰੂ ਕੀ ਬਾਣੀ ਵਿੱਚੋਂ ਅਨੇਕਾਂ ਨਾਮ ਸਾਨੂੰ ਮਿਲਣਗੇ। ਉਹਨਾਂ ਨਾਮਾਂ ਵਾਲੇ ਵਿਅਕਤੀਆਂ ਦੀ ਸਿਫਤ ਵੀ ਮਿਲੇਗੀ। ਰੁਕ ਮਾਂਗਦ ਕਰਤੂਤ ਰਾਮ ਜੰਪਹੁ ਨਿਤ ਭਾਈ, ਅੰਬਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ। ਔਰ ਰਾਜਾ ਜਨਕ ਦਾ ਨਾਮ ਮਿਲੇਗਾ। ਔਰ ਇਸੇ ਪ੍ਰਕਾਰ ਹੋਰ ਪਰਸਰਾਮ ਦਾ ਨਾਮ ਹੈ, ਦੈਸਰ ਦਾ ਨਾਮ ਹੈ, ਇਸੇ ਤਰ੍ਹਾਂ ਰਾਮਚੰਦਰ ਜੀ ਦਾ ਨਾਮ ਹੈ, ਬਾਲਮੀਕ ਜੀ ਦਾ ਨਾਮ ਹੈ, ਅਨੇਕਾਂ ਨਾਮ ਨੇ। ਜਿੱਥੇ ਕਿਸੇ ਦਾ ਗੁਣ ਸਾਹਮਣੇ ਆਇਆ ਹਜੂਰ ਦੇ, ਉੱਥੇ ਸਿਫਤ ਕੀਤੀ ਹੈ। ਜਿੱਥੇ ਊਣਤਾਈ ਸਾਹਮਣੇ ਆਈ ਹੈ, ਉੱਥੇ ਊਣਤਾਈ ਬਿਆਨ ਕੀਤੀ ਹੈ, ਕਿਉਂਕਿ ਸਤਿਗੁਰੂ ਦਾ ਘਰ ਨਿਰਪੱਖ ਹੈ। ਸਤਿਗੁਰੂ ਦੇ ਘਰ ਵਿੱਚ ਪੱਖਪਾਤ ਨਹੀਂ, ਤੇ ਕਿਸੇ ਮਜ਼ਹਬ ਨਾਲ, ਕਿਸੇ ਧਰਮ ਨਾਲ ਕੋਈ ਵਿਤਕਰਾ ਵੀ ਨਹੀਂ ਹੈ। ਚੇਤੇ ਰੱਖਣਾ, ਇਹ ਅਸੀਂ ਕੁਝ ਲੋਕਾਂ ਨੇ ਮਜ਼ਹਬਾਂ ਦੇ, ਧਰਮਾਂ ਦੇ ਦਾਇਰੇ ਵਿੱਚ ਬੱਝ ਕੇ ਇੱਕ ਦੂਜੇ ਨਾਲ ਨਫ਼ਰਤ ਪੈਦਾ ਕੀਤੀ ਹੋਈ ਹੈ। ਸਾਡੇ ਮਨਾਂ ਦੀ ਜਿਹੜੀ ਨਫ਼ਰਤ ਹੈ, ਅਸੀਂ ਉਹ ਧਾਰਮਿਕ ਸਥਾਨਾਂ 'ਤੇ ਵੀ ਥੋਪਣਾ ਚਾਹੁੰਦੇ ਹਾਂ, ਪ੍ਰਚਾਰਕਾਂ ਉੱਪਰ ਵੀ ਥੋਪਣਾ ਚਾਹੁੰਦੇ। ਫਰਜ਼ ਕਰੋ, ਗੁਰਦੁਆਰਾ ਸਾਹਿਬ ਦਾ ਸੈਕਟਰੀ, ਪ੍ਰਧਾਨ, ਕੋਈ ਵੀ ਪ੍ਰਬੰਧਕ ਹੋਵੇ, ਤੇ ਜੋ ਉਹਦੇ ਮਨ ਵਿੱਚ ਧਾਰਨਾ ਬਣੀ ਹੋਈ ਹੈ, ਉਹ ਚਾਹੇਗਾ ਕਿ ਇਹ ਪ੍ਰਚਾਰਕ ਇਸ ਢੰਗ ਨਾਲ ਪ੍ਰਚਾਰ ਕਰੇ। ਪਰ ਇੰਜ ਨਹੀਂ ਹੋ ਸਕਦਾ, ਕਿਉਂਕਿ ਉਹ ਪ੍ਰਬੰਧਕ, ਪ੍ਰਧਾਨ, ਸੈਕਟਰੀ ਜਾਂ ਖਜ਼ਾਨਚੀ ਸਾਡਾ ਗੁਰੂ ਨਹੀਂ ਹੈ। ਸਾਡੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ। ਐਸਾ ਮੇਰੇ ਨਾਲ ਬਹੁਤ ਕੁਝ ਵਾਪਰਿਆ। ਮੈਂ ਤੁਹਾਡੇ ਸਾਹਮਣੇ ਬੈਠਾ ਗੁਰੂ ਕੀ ਹਜ਼ੂਰੀ ਵਿੱਚ। ਐਸਾ ਕਰਨ ਦਾ ਯਤਨ ਕਰਦੇ ਨੇ, ਸਾਨੂੰ ਖਰੀਦਣ ਦਾ ਜਾਂ ਡਰਾ ਕੇ ਅਧੀਨ ਕਰਕੇ ਪ੍ਰਚਾਰ ਕਰਾਉਣ ਦਾ ਯਤਨ ਕਰਦੇ ਨੇ। ਐਸਾ ਕਿਉਂ ਹੈ? ਤਾਂ ਕਿਉਂਕਿ ਜੋ ਕੁਝ ਸਾਡੀ ਬਿਰਤੀ 'ਚ ਵਸਿਆ ਹੋਇਆ, ਅਸੀਂ ਧਰਮ ਨੂੰ ਵੀ ਆਪਣੇ ਅਧੀਨ ਚਲਾਉਣਾ ਚਾਹੁੰਦੇ ਹਾਂ। ਪਰ ਚੇਤੇ ਰੱਖੋ, ਸਤਿਗੁਰੂ ਮਹਾਰਾਜ ਦੂਜੇ ਧਰਮਾਂ ਅੰਦਰ ਵੀ ਕੋਈ ਐਸਾ ਵਿਤਕਰੇ ਵਾਲਾ ਉਪਦੇਸ਼ ਨਹੀਂ ਦਿੱਤਾ ਗਿਆ ਵੀ ਦੂਜੇ ਧਰਮ ਦੇ ਬੰਦੇ ਮਾਰ ਦਿਓ। ਔਰੰਗਜ਼ੇਬ ਆਪਣੇ ਆਪ ਨੂੰ ਬੜਾ ਵੱਡਾ ਇਸਲਾਮ ਦਾ ਪੈਰੋਕਾਰ ਮੰਨਦਾ ਸੀ, ਤੇ ਬੜੀ ਗਿਣਤੀ 'ਚ ਮੁਸਲਮਾਨ ਅੱਜ ਵੀ ਔਰੰਗਜ਼ੇਬ ਦੀ ਸਿਫਤ ਕਰਦੇ ਨੇ। ਉਹਦੇ ਨਾਮ ਦੀ ਪਾਕਿਸਤਾਨ 'ਚ ਉਹਨਾਂ ਨੇ ਪਾਰਕ ਬਣਾਈ ਹੋਈ ਹੈ, ਤੇ ਉਹ ਕਹਿੰਦੇ ਨੇ ਕਿ ਇਸਲਾਮ ਦੇ ਪੱਥੇ ਦਾ ਆਖਰੀ ਤੀਰ ਔਰੰਗਜ਼ੇਬ ਹੋਇਆ। ਮਤਲਬ ਕਿ ਉਹਨੇ ਦੀਨ ਇਸਲਾਮ ਵਿੱਚ ਬੜਾ ਵਾਧਾ ਕੀਤਾ। ਪਰ ਸਾਡੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਹਜੂਰ ਨੇ, ਤੇ ਉਸ ਜ਼ਫਰਨਾਮੇ ਦੇ ਅੰਦਰ ਇੱਕ ਬਚਨ ਲਿਖਿਆ ਹੋਇਆ ਔਰੰਗਜ਼ੇਬ ਨੂੰ ਮੁਖਾਤਬ ਹੋ ਕੇ, ਜੋ ਉਹਦੇ ਵਿੱਚ ਗੁਣ ਹਨ, ਸਿਫਤਾਂ ਹਨ, ਉਹ ਸਿਫਤਾਂ ਵੀ ਬਿਆਨ ਕੀਤੀਆਂ ਹੋਈਆਂ। ਔਰੰਗਜ਼ੇਬ, ਮੈਨੂੰ ਪਤਾ ਕਿ ਤੂੰ ਰਾਤ ਦੇ ਚੌਥੇ ਪਹਿਰ ਉੱਠ ਪੈਣਾ, ਤੂੰ ਉਜੂ ਸਾਜ ਕੇ ਜਾਂ ਇਸ਼ਨਾਨ ਕਰਕੇ ਤੇ ਖੁਦਾ ਦੀ ਇਬਾਦਤ ਵੀ ਕਰਦਾ, 5 ਵਕਤ ਦਾ ਨਮਾਜ਼ੀ ਹੈ, ਤੂੰ ਬੁੱਧੀ ਦਿਮਾਗ ਕਰਕੇ ਬੜਾ ਚਤਰ ਹੈ, ਰਾਜ ਭਾਗ ਕਰਨਾ ਤੈਨੂੰ ਆਉਂਦਾ, ਦੁਨੀਆ ਨੂੰ ਅਧੀਨ ਕਰਕੇ ਰੱਖ ਕੇ ਦੁਨੀਆ ਦੇ ਉੱਪਰ ਰਾਜ ਕਰਨਾ ਆਉਂਦਾ, ਤੇਰਾ ਸਰੀਰ ਵੀ ਬੜਾ ਸੁੰਦਰ ਸਰੂਪ ਹੈ, ਚਤੁਰ ਸਿਆਣਾ ਬੜਾ ਤੂੰ, ਔਰ ਸ਼ਾਹੀ ਖਜ਼ਾਨੇ ਵਿੱਚੋਂ ਤੂੰ ਮਾਇਆ ਆਪਣੇ ਨਿਰਵਾਹ ਵਾਸਤੇ ਨਹੀਂ ਖਰਚਦਾ। ਉਹਦੇ ਗੁਣ ਵੀ ਬਿਆਨ ਕੀਤੇ ਨੇ। ਪਰ ਚੇਤੇ ਰੱਖੀ, ਹਜੂਰ ਕਹਿੰਦੇ, ਤੁਰਾ ਮਨ ਨਾ ਦਾਨਮ ਕਿ ਯਜਦਾ ਸ਼ਨਾਸ। ਮੈਨੂੰ ਤੇਰੇ ਬਾਰੇ ਪਤਾ ਕਿ ਤੂੰ ਪਰਮਾਤਮਾ ਰੱਬ ਦੀ ਪਛਾਣ ਕਰਨ ਵਾਲਾ ਨਹੀਂ ਹੈ। ਤੁਰਾ ਮਨ ਨਾ ਦਾਨਮ ਕਿ ਜਜਦਾ ਸ਼ਨਾਸ, ਬਰਾਮਦ ਜ਼ੇ ਤੂੰ ਕਾਰਾਹ ਦਿਲ ਖਰਾਸ। ਕਿਉਂ? ਹਜੂਰ ਕਹਿਣ ਲੱਗੇ, ਕਿਉਂਕਿ ਤੇਰੇ ਪਾਸੋਂ ਰੱਬ ਦੀ ਪੈਦਾ ਕੀਤੀ ਖਲਕਤ ਇਹਨਾਂ ਲੋਕਾਂ ਦੇ ਦਿਲ ਦਿਖਾਉਣ ਵਾਲੇ ਕਰਮ ਹੋਏ ਨੇ। ਤੂੰ ਆਪਣੇ ਆਪ ਨੂੰ ਬੜਾ ਵੱਡਾ ਧਰਮੀ ਸਮਝਦਾ। ਮੈਂ ਤਾਂ ਅਰਜ਼ ਕਰ ਰਿਹਾ, ਧਰਮ 2 ਤਰ੍ਹਾਂ ਦਾ ਹੈ ਗੁਰੂ ਕੇ ਪਿਆਰਿਓ। ਇੱਕ ਤਾਂ ਸਾਰਿਆਂ ਧਰਮਾਂ ਦੇ ਵੱਖਰੇ ਵੱਖਰੇ ਨਿਯਮ ਨੇ, ਜਿਸ ਨੂੰ ਅਸੀਂ ਕਵਾਂਗੇ ਸਿੱਖ, ਸਿੱਖ ਧਰਮ ਦੀ ਮਰਿਆਦਾ। ਮੁਸਲਮਾਨ ਕਹਿਣਗੇ ਸ਼ਰ੍ਹਾ, ਹਿੰਦੂ ਕਹਿੰਦੇ ਹਨ ਸਾਡਾ ਕਰਮ ਕਾਂਡ, ਉਹਨਾਂ ਦਾ ਕਰਮ ਕਾਂਡ ਹੈ, ਅਸੀਂ ਮਰਿਆਦਾ ਕਹਿੰਦੇ ਆ, ਮੁਸਲਮਾਨ ਕਹਿੰਦੇ ਇਹ ਸਾਡੀ ਸ਼ਰ੍ਹਾ। ਭਈ ਮੁਸਲਮਾਨਾਂ ਦੇ ਘਰ ਜੰਮੇ ਹੋਏ ਮੁਸਲਮਾਨ ਬੱਚੇ ਦੀ ਸੁਨਤ ਕੀਤੀ ਹੋਵੇ, 5 ਵਕਤ ਦਾ ਨਮਾਜ਼ੀ ਹੋਵੇ, ਜ਼ਕਾਤ ਦੇ, ਆਪਣੀ ਜ਼ਿੰਦਗੀ 'ਚ ਘੱਟ ਤੋਂ ਘੱਟ ਇੱਕ ਵਾਰੀ ਮੱਕੇ ਸ਼ਰੀਫ ਦਾ ਹੱਜ ਕਰੇ, ਇਤਿਆਦਿਕ ਜਿਹੜਾ ਨਿਯਮ ਪਾਲੇ, ਉਹ ਹੈ ਮੁਸਲਮਾਨ। ਜਿਹੜਾ ਸਿੱਖ ਅੰਮ੍ਰਿਤ ਪਾਨ ਕਰੇ, 5 ਬਾਣੀਆਂ ਸਵੇਰੇ ਸ਼ਾਮਾਂ ਨੂੰ ਰਹਿ ਰਾਸ ਕੀਰਤਨ ਸੋਹਿਲੇ ਦਾ ਪਾਠ ਕਰਕੇ ਸੌਵੇਂ, ਔਰ 5 ਕਕਾਰਾਂ ਦਾ ਧਾਰਨੀ ਬਣ ਕੇ ਰਹੇ, ਇਤਿਆਦਿਕ ਜਿੰਨੀ ਵੀ ਸਾਡੀ ਮਰਿਆਦਾ ਹੈ,
ਇਹ ਮਾਨੋ ਸਿੱਖ ਧਰਮ ਦੀ ਇੱਕ ਸ਼ਰ੍ਹਾ ਹੈ, ਪਾਬੰਦੀ ਜੋ ਸਤਿਗੁਰੂ ਜੀ ਨੇ ਲਾਈ, ਇਹਨਾਂ ਨਿਯਮਾਂ ਅਨੁਸਾਰ ਤੂੰ ਚੱਲਣਾ ਅਤੇ ਕੁਰੈਤਾਂ ਜਿਹੜੀਆਂ ਹਨ ਉਹਨਾਂ ਤੋਂ ਬਚ ਕੇ ਰਹਿਣਾ। ਇਸੇ ਤਰ੍ਹਾਂ ਜਿਹੜੇ ਹਿੰਦੂ ਨੇ ਧੋਤੀ ਬੋਦੀ ਰੱਖਣੀ ਔਰ ਸੰਧਿਆ ਤਰਪਣ ਗਾਇਤਰੀ ਤੀਰਥਾਂ ਦੇ ਇਸ਼ਨਾਨ ਆਦਿਕ ਉਹਨਾਂ ਦੇ ਆਪਣੇ ਨਿਯਮ ਨੇ। ਇਸ ਤਰ੍ਹਾਂ ਇਹ ਇੱਕ ਵੱਖਰਾ ਵੱਖਰਾ ਧਰਮ ਹੈ ਅਤੇ ਸਾਰੇ ਧਰਮਾਂ ਦੇ ਗ੍ਰੰਥਾਂ 'ਚ ਉਪਦੇਸ਼ ਦਿੱਤਾ ਹੈ ਕਿ ਜਿਸ ਧਰਮ ਵਿੱਚ ਕਿਸੇ ਦੀ ਪੈਦਾਇਸ਼ ਹੋਈ ਹੈ, ਜਨਮ ਹੋਇਆ ਹੈ, ਉਸ ਵਿਅਕਤੀ ਦਾ ਫਰਜ਼ ਬਣਦਾ ਕਿ ਆਪਣੇ ਧਰਮ ਦੇ ਨਿਯਮਾਂ ਨੂੰ ਫੋਲੋ ਕਰੇ। ਕੁਰਾਨ ਸ਼ਰੀਫ ਵਿੱਚ ਵੀ ਹੈ, ਭਗਵਤ ਗੀਤਾ ਵਿੱਚ ਵੀ ਸਾਨੂੰ ਵੀ ਸਤਿਗੁਰਾਂ ਕਿਹਾ, ਗੁਰ ਸਿੱਖ ਮੀਤ ਚੱਲੋ ਗੁਰ ਚਾਲੀ। ਗੁਰੂ ਕੀ ਮਰਿਆਦਾ ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ। ਮਨ ਦੀ ਮਤ ਛੱਡਣੀ, ਗੁਰੂ ਦੀ ਮਤ ਧਾਰਨ ਕਰਨੀ। ਇੱਕ ਸਰੀਰਕ ਤੌਰ 'ਤੇ ਨਿਯਮ ਹਨ ਜੋ ਸਤਿਗੁਰੂ ਨੇ ਸਾਨੂੰ ਬਖਸ਼ੇ ਨੇ। ਇੱਕ ਸਭ ਧਰਮਾਂ ਦੇ ਲੋਕਾਂ ਦਾ ਸਾਂਝਾ ਧਰਮ ਹੈ, ਸਭ ਲੋਕਾਂ ਦੇ ਧਰਮਾਂ ਦਾ ਸਾਂਝਾ ਧਰਮ ਹੈ ਇਨਸਾਨੀਅਤ ਵਾਲੇ ਗੁਣ। ਅਧਿਆਤਮਕ ਅਤੇ ਇਖਲਾਕੀ ਗੁਣਾਂ ਦਾ ਨਾਮ ਹੈ ਉਹ ਧਰਮ। ਉਸ ਧਰਮ ਨੂੰ ਧਾਰਨ ਕਰਨਾ ਸਗੋਂ ਔਖਾ ਹੈ। ਫਰਜ਼ ਕਰੋ ਕੋਈ ਸਿੱਖ ਅੰਮ੍ਰਿਤਪਾਨ ਕਰ ਲਿਆ, ਸ਼ਰਾਬ ਨਹੀਂ ਪੀਂਦਾ, ਕਬਾਬ ਨਹੀਂ ਖਾਂਦਾ, ਤੰਬਾਕੂ ਨਹੀਂ ਵਰਤਦਾ, 5 ਕਕਾਰਾਂ ਦਾ ਧਾਰਨੀ ਵੀ ਆ, ਨਿਤਨੇਮ ਵੀ ਕਰਦਾ, ਪਰ ਖਿਆਲ ਕਰੋ, ਆਪੋ ਆਪਣੇ ਅੰਦਰ ਝਾਤੀ ਮਾਰੋ ਕਿ ਅਸੀਂ ਸਤਿਗੁਰੂ ਨੇ ਕਿਹਾ ਵੀ ਨਿੰਦਾ ਛੱਡਣੀ ਆ, ਅਸੀਂ ਨਿੰਦਿਆ ਨਹੀਂ ਤਿਆਗੀ, ਅਸੀਂ ਚੁਗਲੀਆਂ ਕਰਨੀਆਂ ਨਹੀਂ ਛੱਡੀਆਂ, ਅਸੀਂ ਈਰਖਾ ਕਰਨੀ ਨਹੀਂ ਛੱਡੀ, ਅਸੀਂ ਵੈਰ ਵਿਰੋਧ ਨਹੀਂ ਅੰਦਰੋਂ ਕੱਢਿਆ, ਅਸੀਂ ਇੱਕ ਦੂਜੇ ਨਾਲ ਨਫ਼ਰਤ ਨਹੀਂ ਤਿਆਗੀ, ਅਸੀਂ ਪੱਖਪਾਤ ਨਹੀਂ ਤਿਆਗਿਆ। ਮਤਲਬ ਇਹ ਕਠਿਨ ਕੰਮ ਹੈ ਨਾ, ਤਾਂ ਹੀ ਨਹੀਂ ਛੱਡਿਆ ਅਸੀਂ। ਜਿਹੜਾ ਅਸਲ ਧਰਮ ਹੈ, ਅਸੀਂ ਖਲੋ ਗਏ। ਸਾਰੇ ਧਰਮਾਂ ਦੇ ਲੋਕ ਇੱਥੇ ਕਿ ਜੇ ਆ ਗਏ ਅਬਲ ਤੇ ਸਾਡੀ ਸਿੱਖ ਧਰਮ ਦੀ ਗੱਲ ਲੈ ਲਈਏ, ਜਿਹੜਾ ਅਸੀਂ ਕਹਿੰਦੇ 2-2.5 ਕਰੋੜ ਸਿੱਖ ਨੇ ਜਿਨ੍ਹਾਂ ਨੇ ਆਪਣੇ ਨਾਮ ਲਿਖਾਇਆ ਵੀ ਮੈਂ ਜੱਟ ਸਿੱਖ ਹਾਂ ਜਾਂ ਫਲਾਨੀ ਜਾਤ ਦਾ ਸਿੱਖ ਹਾਂ। ਇਹ ਲਿਖਾਇਆ ਹੋਇਆ ਕਾਗਜ਼ਾਂ 'ਚ ਲਿਖਾਉਂਦੇ ਅਸੀਂ ਸਿੱਖ ਹਾਂ, ਆਪਣੇ ਆਪ ਨੂੰ ਮੰਨਦੇ ਵੀ ਹਾਂ ਵੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਗੁਰੂ ਦੇ ਸਿੱਖ ਹਾਂ। ਸਾਡੇ ਵਿੱਚੋਂ ਬਹੁਤ ਘੱਟ ਗਿਣਤੀ ਵਿੱਚ ਅੰਮ੍ਰਿਤਧਾਰੀ ਨੇ, ਅਤੇ ਫਿਰ ਅੰਮ੍ਰਿਤਧਾਰੀਆਂ ਵਿੱਚੋਂ ਸਹੀ ਮਾਰਗ 'ਤੇ ਚੱਲਣ ਵਾਲੇ ਸਾਡੇ 'ਚੋਂ ਬਹੁਤ ਘੱਟ ਨੇ। ਇਹ ਮੈਂ ਬੇਨਤੀ ਪਹਿਲਾਂ ਕਰ ਦਿੰਦਾ ਕਿ ਮੈਂ ਕਿਸੇ 'ਤੇ ਟਾਂਚ ਨਹੀਂ ਕਰ ਰਿਹਾ ਜਾਂ ਮੈਂ ਤੁਹਾਨੂੰ ਉਪਦੇਸ਼ ਦੇਣ ਵਾਲਾ ਨਹੀਂ। ਮੈਂ ਕੌਣ ਹੁੰਦਾ? ਸਤਿਗੁਰੂ ਦਾ ਉਪਦੇਸ਼ ਇੱਥੇ ਵਿਚਾਰਿਆ ਜਾਂਦਾ ਹੈ। ਅਸਲ ਵਿੱਚ ਕਥਾ ਕੀਰਤਨ ਦਾ ਮਨੋਰਥ ਹੈ, ਜਿਹੜੇ ਬੇਨਤੀਆਂ ਵਾਲੇ ਬਚਨ ਨੇ ਉਹ ਆਪਣੇ ਮਨ ਨੂੰ ਤਿਆਰ ਕਰਨਾ ਕਿ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰਨ ਦਾ ਅਤੇ ਸੁਣਨ ਦਾ ਇਹ ਪ੍ਰਯੋਜਨ ਹੈ। ਸੁਣਨ ਵਾਲੇ ਵੀ ਤਿਆਰ ਹੋਣ। ਵਿੱਚੋਂ ਨਿਕਲ ਕੇ ਗੱਲ ਕਰਨ ਲੱਗਾ ਮੈਂ। ਸਾਡੇ ਇਲਾਕੇ ਵਿੱਚ ਇੱਕ ਕਥਾਵਾਚਕ ਸਿੰਘ ਕਥਾ ਕਰਦਾ ਸੀ ਗੁਰਬਾਣੀ ਦੀ ਲੜੀਵਾਰ। ਦੇਖੋ ਕੀ ਸੁਭਾਅ ਮਨੁੱਖੀ ਮਨ ਦਾ। ਇਹ ਇੱਕ ਵਿਅਕਤੀ ਦੀ ਗੱਲ ਨਹੀਂ, ਕੇਵਲ ਸਾਡੇ ਮਨਾਂ ਦੀ ਅਵਸਥਾ ਕਿਹੋ ਜਿਹੀ ਹੈ। ਲੜੀਵਾਰ ਕਥਾ ਸ਼ੁਰੂ ਕੀਤੀ ਸੀ ਅਤੇ ਬਹੁਤ ਸੰਗਤ ਗੁਰਦੁਆਰਾ ਸਾਹਿਬ ਰੋਜ਼ਾਨਾ ਆਉਣ ਲੱਗ ਪਈ। ਪਹਿਲਾਂ ਕੋਈ ਨਹੀਂ ਸੀ ਆਉਂਦਾ। 70-80-100 ਪ੍ਰਾਣੀ ਰੋਜ਼ ਆ ਕੇ ਸੇਵਾ ਵੀ ਕਰਦੇ ਸੀ, ਕਥਾ ਕੀਰਤਨ ਵੀ ਸੁਣਦੇ ਸਨ। ਸ਼ਾਮਾਂ ਨੂੰ ਇਤਿਹਾਸ ਦੀ ਕਥਾ ਹੁੰਦੀ ਸੀ, ਸੁਣਦੇ ਸਨ। ਲੜੀਵਾਰ ਕਥਾ ਚੱਲਦਿਆਂ ਇੱਕ ਗੁਰੂ ਮਹਾਰਾਜ ਦਾ ਬਚਨ ਆਇਆ ਕਥਾ ਵਿੱਚ ਕਲਯੁਗ ਦੇ ਲੱਛਣਾਂ ਬਾਰੇ। ਨਾਉ ਫਕੀਰਾ ਪਾਤਸ਼ਾਹ ਮੂਰਖ ਪੰਡਤ ਨਾਉ, ਇੱਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਉ, ਨਾਨਕ ਏਵੈ ਜਾਣੀਐ ਕਲ ਕਾ ਇਹੋ ਨਿਆਉ। ਤੇ ਪਿੰਡ ਦੇ ਸਰਪੰਚ ਪੰਚ 2-4 ਬੰਦਿਆਂ ਨੇ ਝਗੜਾ ਖੜਾ ਕਰਤਾ, ਕਿਉਂਕਿ ਕਥਾ ਕਰਨ ਵਾਲੇ ਨੇ ਤੇ ਇਹ ਅਰਥ ਕਰਨੇ ਹੀ ਸਨ ਵੀ ਕਲਯੁਗ ਵਿੱਚ ਇਹ ਲੱਛਣ ਵਰਤ ਰਹੇ ਨੇ। ਆਮ ਹੀ ਕਹਾਵਤ ਹੈ ਲੋਕਾਂ ਦੀ, ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ। ਇਹ ਕਲਯੁਗ ਦੇ ਲੱਛਣਾਂ ਬਾਰੇ ਲੋਕਾਂ ਨੇ ਕਹਾਵਤ ਬਣਾਈ ਹੈ ਅਤੇ ਇਹੋ ਹੀ ਸਤਿਗੁਰੂ ਕਹਿ ਰਹੇ ਨੇ। ਮਹਾਰਾਜ ਕਹਿੰਦੇ ਨੇ ਫਕੀਰ ਕੰਗਾਲ ਬੰਦੇ ਦਾ ਨਾਮ ਲੋਕਾਂ ਪਾਤਸ਼ਾਹ ਪਾਤਾ, ਅਤੇ ਮੂਰਖ ਜਿਹੜੇ ਲੋਕ ਨੇ ਉਹ ਪੰਡਤ ਵਿਦਵਾਨ ਕਹਾ ਰਹੇ ਨੇ। ਜਿਵੇਂ ਕੋਈ 8ਵੀਂ ਫੇਲ ਬੰਦਾ ਆਪਣੇ ਆਪ ਨੂੰ ਪ੍ਰੋਫੈਸਰ ਦੀ ਉਪਾਧੀ ਨਾਲ ਨਵਾਜ ਰਿਹਾ, ਆਪਣੇ ਆਪ ਹੀ ਲਾਈ ਫਿਰਦੇ ਨੇ ਪ੍ਰੋਫੈਸਰ। ਪਰ ਇਹ ਤੁਹਾਨੂੰ ਵੀ ਪਤਾ, ਸਿਆਣਿਆਂ ਨੂੰ ਪੜ੍ਹਿਆ ਲਿਖਿਆ ਨੂੰ, ਵੀ ਪ੍ਰੋਫੈਸਰ ਜਣਾ ਖੜਾ ਨਹੀਂ ਹੁੰਦਾ। ਕਾਲਜਾਂ 'ਚ ਪੜ੍ਹਾਉਣ ਵਾਲੇ ਵੀ ਲੈਕਚਰਾਰ ਅਤੇ ਫਿਰ ਸੀਨੀਅਰ ਲੈਕਚਰਾਰ, ਫਿਰ ਰੀਡਰ, ਫਿਰ ਸੀਨੀਅਰ ਰੀਡਰ, ਅਤੇ ਫਿਰ ਕਿਤੇ ਜਾ ਕੇ ਕੋਈ ਥੀਸਿਸ ਲਿਖੇ ਕਿਸੇ ਖਾਸ ਸਬਜੈਕਟ ਬਾਰੇ, ਅਤੇ ਉਹਦਾ ਲਿਖਿਆ ਥੀਸਿਸ ਬਹੁਤ ਵੱਡੇ ਵੱਡੇ ਵਿਦਵਾਨ ਜਿਨ੍ਹਾਂ PhDਆਂ ਕੀਤੀਆਂ ਹੋਈਆਂ ਉਹ ਮੋਹਰਾਂ ਲਾ ਦੇਣ ਕਿ ਠੀਕ ਲਿਖਿਆ, ਅਤੇ ਫਿਰ ਉਹ 100-200 ਵਿਦਵਾਨ ਇਕੱਠੇ ਹੁੰਦੇ ਨੇ ਅਤੇ ਫਿਰ ਉਹਨੂੰ ਪ੍ਰੋਫੈਸਰ ਦੀ ਡਿਗਰੀ ਦਿੰਦੇ ਆ ਵੀ ਇਹ ਹੁਣ ਪ੍ਰੋਫੈਸਰ ਬਣ ਗਿਆ।
ਉਹਨੂੰ PhD ਮਿਲਦੀ ਆ, ਉਹ ਹੁੰਦਾ ਪ੍ਰੋਫੈਸਰ। ਤੇ 8ਵੀਂ ਫੇਲ ਬੰਦਾ ਵੀ ਪ੍ਰੋਫੈਸਰ ਕਹਾਈ ਜਾਏ, ਪ੍ਰਿੰਸੀਪਲ ਬਣ ਪਏ। ਇਸ ਪ੍ਰਕਾਰ ਕਲਯੁਗ ਦੇ ਇਹ ਲੱਛਣ ਨੇ। ਹੈਨ ਮੂਰਖ ਬਾਹਰੋਂ ਪੰਡਤ ਸਦਾਏ ਦੇ, ਮਨੋਂ ਮੂਰਖ ਗਾਵਾਰ। ਮਨ ਦੇ ਮੂਰਖ ਨੇ, ਪਰ ਬਾਹਰੋਂ ਲੋਕਾਂ ਕੋਲੋਂ ਪੰਡਤ ਕਹਾਉਣਾ ਚਾਹੁੰਦੇ ਨੇ, ਵਿਦਵਾਨ ਕਹਾਉਣਾ ਚਾਹੁੰਦੇ ਨੇ। ਔਰ ਇਸ ਪ੍ਰਕਾਰ ਮੂਰਖ ਪੰਡਤ ਨਾਉ ਇਲਤ ਕਾ ਨਾਉ ਚੌਧਰੀ। ਇਲਤ ਦੇ ਤੱਤੇ ਨੂੰ ਸਿਹਾਰੀ ਆ, ਮਤਲਬ ਇਲਤੀ, ਇਲਤਾਂ ਕਰਨ ਵਾਲੇ, ਭੈੜੀਆਂ ਕਦੂਰਤਾਂ ਕਰਨ ਵਾਲੇ ਜਿਹੜੇ ਉਹ ਚੌਧਰੀ ਬਣ ਗਏ ਨੇ, ਮੁਖੀ ਬਣ ਗਏ ਪ੍ਰਜਾ ਦੇ। ਔਰ ਇਸ ਪ੍ਰਕਾਰ ਜਿਹੜੀ ਕੂੜ ਆ ਨਾ, ਕੂੜ ਝੂਠ, ਜਿਹੜੀਆਂ ਕੂੜੀਆਂ ਗੱਲਾਂ ਕਰਨ ਵਾਲੇ ਨੇ, ਉਹ ਹਰ ਥਾਂ ਹੀ ਪ੍ਰਧਾਨ ਬਣੇ ਹੋਏ ਨੇ। ਔਰ ਕਲਯੁਗ ਦਾ ਇਹ ਨਿਆਉ ਹੈ। ਕਲਯੁਗ ਦੇ ਸਮੇਂ ਐਸਾ ਉਲਟ ਪੁਲਟ ਸਾਰਾ ਕੁਝ ਹੋ ਰਿਹਾ। ਹੁਣ ਪਿੰਡ ਦੇ ਸਰਪੰਚ ਨੇ ਉਸ ਕਥਾਵਾਚਕ ਤੇ ਫਤਵਾ ਲਾਇਆ ਵੀ ਇਹ ਸਾਨੂੰ ਲਾ ਕੇ ਕਥਾ ਕਰਦਾ। ਕਥਾ ਦਾ ਪ੍ਰਯੋਜਨ ਤਾਂ ਇਹ ਹੈ ਵੀ ਜੇ ਤੁਸੀਂ ਇਲਤਾਂ ਕਰਦੇ ਹੋ ਤੇ ਇਲਤਾਂ ਛੱਡ ਦਿਓ, ਜੇ ਨਹੀਂ ਕਰਦੇ ਤੁਹਾਨੂੰ ਗੁੱਸਾ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਭਲੇ ਮਾਨਸ ਹੋ, ਪਿੰਡ ਦੇ ਮੁਖੀ ਹੋ, ਇਲਤਾਂ ਨਹੀਂ ਕਰਦੇ, ਤੁਹਾਡਾ ਜੀਵਨ ਸਾਫ ਸੁਥਰਾ, ਤੇ ਫਿਰ ਗੁੱਸਾ ਕੋਈ ਨਹੀਂ। ਤੇ ਜੇ ਤੁਸੀਂ ਕਰਦੇ ਹੋ ਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਦਾ, ਸਤਿਗੁਰਾਂ ਦਾ ਬਚਨ ਤਾਂ ਸੱਚਾ, ਜਿਹੜਾ ਕਥਾਵਾਚਕ ਨੇ ਅਰਥ ਹੀ ਕੀਤੇ ਨੇ, ਬਚਨ ਤਾਂ ਗੁਰੂ ਮਹਾਰਾਜ ਦਾ। ਨਾਲੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕਦੇ ਹੋ, ਸਿੱਖ ਵੀ ਕਹਾਉਂਦੇ ਹੋ, ਤੇ ਫਤਵਾ ਕਥਾਵਾਚਕ ਤੇ ਲਾ ਰਹੇ ਹੋ ਵੀ ਇਹ ਸਾਨੂੰ ਲਾ ਕੇ ਕਥਾ ਕਰਦਾ। ਕਿਉਂਕਿ ਹਰ ਮਨੁੱਖ ਦਾ ਮਨ ਇਹ ਸਰਟੀਫਿਕੇਟ ਚਾਹੁੰਦਾ ਕਿ ਮੈਨੂੰ ਮੋਹਰ ਲਾ ਕੇ ਸਰਟੀਫਿਕੇਟ ਦਿੱਤਾ ਜਾਏ, ਤੂੰ ਜਿਸ ਤਰ੍ਹਾਂ ਦਾ ਹੈ ਸਭ ਤੋਂ ਵਧੀਆ ਸਿੱਧਾ ਸੱਚਖੰਡ ਜਾਣਾ। ਕਰਨਾ ਅਸੀਂ ਕੁਛ ਨਹੀਂ ਚਾਹੁੰਦੇ। ਜਿਹੜੀ ਗੱਲ ਸਾਡੇ ਖਿਲਾਫ ਜਾਂਦੀ ਆ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਸਾਡੇ ਖਿਲਾਫ ਜਾਏਗੀ। ਕਿਉਂ? ਕਿਉਂਕਿ ਅਸੀਂ ਉਹੋ ਜਿਹੇ ਹੈ ਨਹੀਂ ਜਿਹੋ ਜਿਹੇ ਸਤਿਗੁਰੂ ਸਾਨੂੰ ਕਹਿੰਦੇ ਨੇ ਵੀ ਬਣੋ। ਜੇ ਅਸੀਂ ਪਹਿਲਾਂ ਇਹੋ ਜਿਹੇ ਹਾਂ ਤਾਂ ਫਿਰ ਤੇ ਉਪਦੇਸ਼ ਦੀ ਲੋੜ ਹੀ ਨਹੀਂ। ਉਪਦੇਸ਼ ਦੀ ਲੋੜ ਤਾਂ ਪਈ ਕਿ ਜਿਹੋ ਜਿਹਾ ਇਨਸਾਨ ਸਤਿਗੁਰੂ ਘੜਨਾ ਚਾਹੁੰਦੇ ਨੇ, ਜਿਹਨੂੰ ਖਾਲਸਾ ਕਿਹਾ ਜਾਂਦਾ। ਖਾਲਸਾ ਇੱਕ ਮੁਕੰਮਲ ਇਨਸਾਨ ਦੀ ਘਾੜਤ ਘੜੀ ਹੈ ਸਤਿਗੁਰਾਂ ਨੇ 10 ਜਾਮਿਆਂ 'ਚ। ਤੇ ਪ੍ਰੈਕਟੀਕਲ ਤੌਰ ਤੇ, ਅਮਲੀ ਤੌਰ ਤੇ 239 ਵਰ੍ਹਿਆਂ ਵਿੱਚ ਇਹ ਘਾੜਤ ਘੜੀ ਹੈ। ਸਭ ਕੁਝ ਕਰਕੇ ਵਿਖਾਇਆ ਸਾਹਮਣੇ ਵੀ ਇਸ ਤਰ੍ਹਾਂ ਦਾ ਹੁੰਦਾ ਖਾਲਸਾ। ਤੇ ਉਹ ਬੰਦੇ ਘੜੇ ਸਤਿਗੁਰਾਂ ਨੇ, ਤਾਂ ਹੀ ਖਾਲਸਾ ਪੰਥ ਨੇ 700-800 ਸਾਲ ਦੀ ਪੁਰਾਣੀ ਗੁਲਾਮੀ ਹਿੰਦੁਸਤਾਨ ਤੇ ਪਈ ਹੋਈ ਜੜ੍ਹਾਂ ਤੋਂ ਪੁੱਟ ਕੇ ਖਾਰੇ ਸਮੁੰਦਰ ਸੁੱਟ ਦਿੱਤੀ। ਤੇ ਖਾਲਸੇ ਦਾ ਦਬਦਬਾ ਤੇ ਬੋਲਬਾਲਾ ਦੁਨੀਆ 'ਚ ਵਧਿਆ। ਲੋਕ ਆਸ਼ਾ ਸ਼ਿਕਾਰ ਉੱਠੇ। ਇਹ ਸਾਡੇ ਵੱਡੇ ਵਡੇਰਿਆਂ ਦੀ ਸ਼ੁਭ ਕਰਨੀ, ਸਤਿਗੁਰੂ ਦੀ ਸਿੱਖਿਆ ਨੂੰ ਕਮਾਇਆ ਹੋਇਆ ਉਹਨਾਂ ਨੇ, ਤੇ ਤਾਂ ਕਰਕੇ ਪੰਥ ਜਿਉਂਦਾ ਹੈ। ਸਤਿਗੁਰੂ ਨੇ ਉਪਦੇਸ਼ ਦੇਣ ਵਿੱਚ, ਅਮਲੀ ਤੌਰ ਤੇ ਮਹਾਨ ਕਰਤੱਵ ਕਰਨ ਵਿੱਚ ਕਸਰ ਕੋਈ ਨਹੀਂ ਛੱਡੀ। ਪਰ ਅਫਸੋਸ ਦੀ ਗੱਲ ਕਿ ਅਸੀਂ ਬਿਲਕੁਲ ਪਿੱਛੇ ਹਾਂ। ਸਤਿਗੁਰੂ ਮਹਾਰਾਜ ਦੀ ਪਵਿੱਤਰ ਸਿੱਖਿਆ ਨੂੰ ਅਸੀਂ ਅਮਲੀ ਰੂਪ ਵਿੱਚ ਅਪਣਾਇਆ ਹੋਇਆ ਨਹੀਂ। ਜਿੰਨੇ ਕੁ ਸਿੱਖ ਅਸੀਂ ਹਾਂ ਨਾ, ਹੋਰ ਤਾਂ ਗੱਲ ਛੱਡੋ, ਜਿੰਨੇ ਕੁ ਅਸੀਂ ਅੰਮ੍ਰਿਤਧਾਰੀ ਹਾਂ। ਤੇ ਇੱਥੋਂ ਤੱਕ ਕਿ ਅੰਮ੍ਰਿਤਧਾਰੀਆਂ ਵਿੱਚੋਂ ਧਾਰਮਿਕ ਸਥਾਨਾਂ ਦੇ ਪ੍ਰਬੰਧਕ ਤੇ ਸਾਡੇ ਵਰਗੇ ਸਟੇਜ ਤੇ ਬੈਠ ਕੇ ਪ੍ਰਚਾਰ ਕਰਨ ਵਾਲੇ, ਅਸੀਂ ਸਾਰੇ ਸੁਧਰ ਜਾਈਏ ਤੇ ਬਹੁਤਾ ਪ੍ਰਚਾਰ ਹੀ ਨਹੀਂ ਕਰਨਾ ਪਵੇਗਾ, ਲੋਕਾਂ ਨਾਲ ਸਿਰਖਪਾਈ ਨਹੀਂ ਕਰਨੀ ਪਵੇਗੀ, ਬੜੀ ਦੁਨੀਆ ਹੋਰ ਸੁਧਰ ਜਾਏਗੀ ਜੇ ਅਸੀਂ ਸੁਧਰ ਜਾਈਏ। ਤੇ ਘਾਟਾ ਇੱਥੋਂ ਹੀ ਪਿਆ ਕਿ ਵਿੱਦਿਆ ਪੜ੍ਹੀ, ਉਸ ਦਾ ਪ੍ਰਕਾਸ਼ ਪਾ ਕੇ ਸ਼ੋਹਰਤ ਜਾਂ ਮਾਇਆ ਇਕੱਠੀ ਕਰਨ ਵਿੱਚ ਅਸੀਂ ਲੱਗ ਗਏ। ਜਿਨ੍ਹਾਂ ਮਹਾਂਪੁਰਸ਼ਾਂ ਦੀ ਇਹ ਫੋਟੋ ਲੱਗੀ ਹੈ, ਜਿਨ੍ਹਾਂ ਦੀ ਬਰਸੀ ਮਨਾਈ ਜਾ ਰਹੀ, ਕਿਉਂ ਮਨਾਈ ਜਾ ਰਹੀ? ਇਸ ਕਰਕੇ ਤਾਂ ਨਹੀਂ ਕਿ ਉਹ ਵਿਦਵਾਨ ਸਨ ਤੇ ਪ੍ਰਚਾਰਕ ਸਨ, ਨਹੀਂ। ਵਿਦਵਾਨ, ਪ੍ਰਚਾਰਕ, ਬੋਲਣ ਵਾਲੇ, ਕਥਨੀ ਕਰਨ ਵਾਲੇ ਬਹੁਤ ਹੋ ਚੁੱਕੇ ਨੇ। ਇਹਨਾਂ ਨੂੰ ਤਾਂ ਪੂਜਿਆ ਜਾ ਰਿਹਾ ਕਿਉਂਕਿ ਇਹ ਕਰਨੀ ਵਾਲੇ ਸਨ। ਇਹਨਾਂ ਨੇ ਪਹਿਲਾਂ ਕਰਨੀ ਕਮਾਈ। ਪ੍ਰਥਮੈ ਮਨ ਪ੍ਰਬੋਧਾ ਆਪਣਾ, ਪਾਸ਼ਾ ਅਵਰ ਰਿਝਾਵੈ। ਇੱਕ ਵਾਰੀ ਇਹ ਸੰਤ ਜੀ ਤੇ ਬਾਬਾ ਖੜਕ ਸਿੰਘ ਜੀ 10-10 ਮਿੰਟ ਬੋਲੇ ਸਨ। 2.5 ਲੱਖ ਦਾ ਇਕੱਠ ਸੀ ਬੀੜ ਬਾਬਾ ਬੁੱਢਾ ਸਾਹਿਬ। ਤੇ ਜਦੋਂ ਇਹਨਾਂ ਨੇ ਪ੍ਰਚਾਰ ਕੀਤਾ ਸੀ ਤੇ 5000 ਸਰੀਰ ਸੰਗਤ 'ਚ ਉੱਠ ਕੇ ਖੜੇ ਹੋਏ ਸਨ ਵੀ ਮਹਾਂਪੁਰਸ਼ੋ ਬਸ ਕਰੋ, ਅੱਜ ਤੋਂ ਬਾਅਦ ਅਸੀਂ ਕੇਸ ਦਾੜਾ ਨਹੀਂ ਕਟਾਵਾਂਗੇ, ਅਸੀਂ ਸ਼ਰਾਬ ਦਾ ਸੇਵਨ ਨਹੀਂ ਕਰਾਂਗੇ, ਅੰਮ੍ਰਿਤਪਾਨ ਕਰਾਂਗੇ, ਬਸ ਕਰੋ। ਐਸਾ ਪ੍ਰਭਾਵ। ਇਹ ਕਾਹਦਾ ਪ੍ਰਭਾਵ ਸੀ? ਕੋਈ ਇਹ ਥੋੜਾ ਵੀ ਵਿਦਿਆ ਦਾ ਪ੍ਰਭਾਵ ਸੀ। ਵਿਦਵਾਨ ਤੇ ਹਿੰਦੂ ਮਤ ਦੇ ਅੰਦਰ ਬੜੇ ਵੱਡੇ ਪੰਡਤ ਹੋ ਚੁੱਕੇ ਨੇ। ਖੱਟ ਸ਼ਾਸਤਰੀ ਪੰਡਤ, 4 ਵੇਦਾਂ ਦੇ ਗਿਆਤਾ ਹੋ ਚੁੱਕੇ ਨੇ। ਪਰ ਉਹਨਾਂ ਬਾਰੇ ਭੱਟ ਕਹਿ ਰਹੇ ਨੇ, ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿੱਠੇ।
ਸੰਨਿਆਸੀ ਤਪਸੀ ਹੈ, ਮੁਖੋਂ ਇਹ ਪੰਡਤ ਮਿੱਠੇ। ਬਰਸ ਏਕ ਹੋਂ ਫਿਰਿਓ, ਕਿਨੈ ਨਹੁ ਪਰਚਉ ਲਾਇਓ। कहते है कहती सुनी, रहत को खुशी न आयो। हर नाम छोड़ दूजा लगे, तिनके गुण हों क्या कहो। गुरदइये मिलायो भिखिया, जिव तू रखै तिव रहो। सतगुरु जी असी लभदे रहे कोई ऐसा लभे जो कुछ कहता है ਉਹਨੂੰ ਕਮਾਉਂਦਾ ਹੋਵੇ। ਅਸੀਂ ਵਰਾ ਪੂਰਾ ਹਿੰਦੁਸਤਾਨ ਦੇ ਆਸ਼ਰਮਾਂ ਤੇ ਘੁੰਮੇ ਆ। ਭਿੱਖਾ ਭੱਟ ਜੀ ਕਹਿ ਰਹੇ ਨੇ 17 ਭੱਟਾਂ ਵਿੱਚੋਂ ਮੁਖੀ ਭਿੱਖਾ ਜੀ ਕਹਿੰਦੇ ਸਾਰੇ ਭੱਟ ਅਸੀਂ ਹਿੰਦੁਸਤਾਨ ਦਾ ਕੋਨਾ ਕੋਨਾ ਗਾਇਆ ਤੇ ਸਾਨੂੰ ਐਸਾ ਲੱਭਾ ਨਹੀਂ ਵੀ ਜੋ ਮੁਖ ਤੋਂ ਕਥਨ ਕਰਨ ਵਾਲਾ ਉਹਨੂੰ ਕਮਾਉਣ ਵਾਲਾ ਵੀ ਹੋਵੇ। ਕਹਤੇ ਆ ਕਹਿਤੀ ਸੁਣੀ, ਕਥਨੀ ਕਰਨ ਵਾਲਿਆਂ ਦੀ ਕਥਨੀ ਬੜੀ ਸੋਹਣੀ ਸੁਣੀ ਅਸੀਂ। ਰਹਿਤ ਕੋ ਖੁਸ਼ੀ ਨਾ ਆਇਓ, ਉਸ ਰਹਿਣੀ ਵਿੱਚ ਰਹਿਣ ਲਈ ਉਹਨਾਂ ਦੇ ਮਨ 'ਚ ਖੁਸ਼ੀ ਪੈਦਾ ਨਹੀਂ ਹੋਈ। ਤੇ ਇਸ ਕਰਕੇ ਤੁਹਾਡੇ ਦਰ ਤੇ ਜਦੋਂ ਆ ਗਏ ਸਾਨੂੰ ਪਤਾ ਲੱਗਾ ਇੱਥੇ ਅਸਲੀਅਤ ਹੈ। ਹੁਣ ਸਤਿਗੁਰੂ ਜੀ ਤੁਹਾਡੇ ਦਰ ਤੇ ਡਿੱਗਿਆਂ ਵੱਡਿਆਂ ਭਾਗਾਂ ਨਾਲ ਤੁਹਾਡਾ ਦਰ ਲੱਭਾ। ਹੁਣ ਸਾਨੂੰ ਵਿਛੋੜਿਓ ਨਾ, ਜਿਵੇਂ ਰੱਖਣਾ ਸਾਨੂੰ ਰੱਖੋ, ਪਰ ਆਪਣੀ ਚਰਨ ਸ਼ਰਨ ਵਿੱਚ ਰੱਖੋ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਕਰਨੀ ਵਾਲਿਆਂ ਦੀ ਲੋੜ ਹੈ, ਕਰਨੀ ਵਾਲਿਆਂ ਦੀ, ਕੇਵਲ ਕਥਨੀ ਕਰਨ ਵਾਲਿਆਂ ਦੀ ਨਹੀਂ। ਕਥਨੀ ਬਹੁਤ ਹੈ। ਇੱਕ ਦਿਨ ਬਾਬਾ ਅਵਤਾਰ ਸਿੰਘ ਜੀ ਵਿਧੀ ਚੰਦੀਏ ਇੱਥੇ ਆਏ ਹੋਏ ਨੇ ਮਹਾਂਪੁਰਸ਼। ਉਹ ਸਿੰਘ ਨਾਲ ਬਚਨ ਕਰਦੇ ਸੀ ਕਿ ਪ੍ਰਚਾਰਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਪਰ ਸਿੱਖ ਘਟਦੇ ਜਾ ਰਹੇ ਨੇ। ਲੋਕ ਨਸ਼ਿਆਂ ਵਿੱਚ ਜ਼ਿਆਦਾ ਲੱਗ ਰਹੇ ਨੇ। ਕਾਰਨ ਕੀ? ਕਿਉਂਕਿ ਸਾਡੀ ਆਪਣੀ ਕਮਾਈ ਹੈ ਨਹੀਂ। ਸੰਤ ਸੁੰਦਰ ਸਿੰਘ ਭਿੰਡਰਾਂ ਵਾਲਿਆਂ ਨੂੰ ਦਮਦਮਾ ਸਾਹਿਬ ਇੱਕ ਪ੍ਰੇਮੀ ਨੇ ਪੁੱਛਿਆ, ਜੀ ਮੈਂ ਲੋਕਾਂ ਨੂੰ ਪ੍ਰੇਰਨਾ ਦੇ ਦੇ ਕੇ ਬੜਿਆਂ ਨੂੰ ਅੰਮ੍ਰਿਤ ਛਕਾਤਾ, ਪਰ ਮੈਂ ਆਪ ਨਹੀਂ ਅੰਮ੍ਰਿਤ ਛਕਿਆ ਹੋਇਆ, ਮੈਨੂੰ ਫਲ ਮਿਲੇਗਾ? ਤਾਂ ਮਹਾਂਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹ ਕੇ ਸੁਣਾਏ ਵੀ ਸਿੰਘਾ ਇਹ ਜਵਾਬ ਹਜ਼ੂਰ ਨੇ ਦਿੱਤਾ ਹੋਇਆ ਇਸ ਪ੍ਰਸ਼ਨ ਦਾ। ਪੇਖੇ ਬਿੰਜਨ ਪਰੋਸਨ ਹਾਰੈ, ਜੇ ਭੋਜਨ ਕੀਨੋ ਤੇ ਤ੍ਰਿਪਤਾਰਾ। ਵਰਤਾਵਾ ਜਿਹੜਾ ਹੈ ਲੰਗਰ ਵਿੱਚ ਸਵੇਰ ਤੋਂ ਸ਼ਾਮਾਂ ਤੱਕ 36 ਪ੍ਰਕਾਰ ਦੇ ਪਦਾਰਥ ਬਣੇ ਵਰਤਾਈ ਜਾਂਦਾ। ਅੱਖਾਂ ਨਾਲ ਤਾਂ ਵੇਖਦਾ, ਰੱਜੇਗਾ ਤਾਂ ਹੀ ਜੇ ਪੰਗਤ ਵਿੱਚ ਬਹਿ ਕੇ ਛਕੇਗਾ ਤਾਂ। ਜਿਨ੍ਹਾਂ ਨੇ ਛਕਿਆ ਉਹ ਰੱਜੇ ਹਨ। ਜੋ ਕੇਵਲ ਵਰਤਾ ਰਿਹਾ ਹੈ ਉਹਦੀ ਭੁੱਖ ਨਹੀਂ ਦੂਰ ਹੋਵੇਗੀ, ਸਰੀਰਕ ਭੁੱਖ ਤਾਂ ਛਕਣ ਦੇ ਨਾਲ ਹੀ ਦੂਰ ਹੋਵੇਗੀ। ਇਸ ਕਰਕੇ ਤੂੰ ਜੇ ਲੋਕਾਂ ਨੂੰ ਪ੍ਰੇਰਨਾ ਦਿੰਦਾ, ਲੋਕ ਅੰਮ੍ਰਿਤ ਛਕਦੇ, ਲੋਕ ਸਿੱਖੀ ਧਾਰਨ ਕਰਦੇ, ਉਹਨਾਂ ਨੂੰ ਫਾਇਦਾ ਹੋਵੇਗਾ। ਜੇ ਤੂੰ ਆਪ ਕਮਾਏਗਾ, ਗੁਰੂ ਕਾ ਅੰਮ੍ਰਿਤ ਛਕੇਗਾ, ਸਿੱਖੀ ਧਾਰਨ ਕਰੇਗਾ ਤੇ ਤੈਨੂੰ ਫਾਇਦਾ ਹੋਵੇਗਾ। ਕੜਛੀਆਂ ਫਿਰਨ ਸੁਆਉ ਨ ਜਾਣਨ ਸੁਣੀਆਂ। ਕੜਛੀਆਂ ਧਾਤ ਦੀਆਂ ਬਣੀਆਂ ਕੜਛੀਆਂ, ਪਿੱਤਲ ਲੋਹੇ ਆਦਿਕ ਦੀਆਂ, ਸਾਰਾ ਦਿਨ ਭਾਜੀਆਂ ਤਰਕਾਰੀਆਂ 'ਚ ਘੁੰਮਦੀਆਂ ਨੇ ਤੇ ਸ਼ਾਮਾਂ ਨੂੰ ਸਾਫ ਸੂਫ ਕਰਕੇ ਧੋ ਕੇ ਨੁਕਰੇ ਲਾਤੀ ਕੜਛੀ ਤੇ ਫਿਰ ਉਹਨੂੰ ਕੋ ਲਾਭ ਹੋਇਆ। ਇਸੇ ਤਰ੍ਹਾਂ ਕਿਸੇ ਵਿਦਵਾਨ ਮੇਰੇ ਵਰਗੇ ਦੀ ਜ਼ਬਾਨ ਵਿਦਿਆ ਪੜ੍ਹੀ ਹੋਈ ਹੈ, ਜ਼ਬਾਨ ਹੈ, ਜ਼ਬਾਨ ਨਾਲ ਬਚਨ ਬੜੇ ਸੋਹਣੇ ਸੁਣਾ ਦਿੰਦਾ, ਪਰ ਕੜਛੀ ਵਰਗੀ ਜ਼ਬਾਨ ਹੈ, ਕੇਵਲ ਤੇ ਲਾਭ ਨਹੀਂ ਹੋਵੇਗਾ ਤੇ ਉਹਨਾਂ ਬਚਨਾਂ ਦਾ ਪ੍ਰਭਾਵ ਵੀ ਜ਼ਿਆਦਾ ਸਮਾਂ ਤੱਕ ਨਹੀਂ ਰਹੇਗਾ। ਇਹੀ ਕਾਰਨ ਸਾਡੀ ਕਮਾਈ ਨਹੀਂ ਹੈ, ਸਾਡੇ ਅੰਦਰ ਨਿਸ਼ਕਾਮਤਾ ਨਹੀਂ ਹੈ, ਸਾਡੇ ਅੰਦਰ ਤੜਪ ਨਹੀਂ। ਇੱਕ ਬਚਨ ਆਪ ਜੀ ਨਾਲ ਸਾਂਝਾ ਕਰਾਂਗਾ। ਅਮਰੀਕਾ 'ਚ ਇੱਕ ਅਖਬਾਰ ਨਿਕਲਦੀ ਹੈ ਵਾਸ਼ਿੰਗਟਨ ਪੋਸਟ। ਉਸ ਅਖਬਾਰ ਦਾ ਪੱਤਰਕਾਰ ਗਿਆ ਇੰਡੀਆ। ਉਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਤੇ ਉਸ ਨੇ ਕਰਮਜੀਤ ਸਿੰਘ ਨਾਂ ਦਾ ਇੱਕ ਪੱਤਰਕਾਰ ਪੰਜਾਬੀ ਟ੍ਰਿਬਿਊਨ ਅਖਬਾਰ ਦਾ ਦਿੱਲੀ ਤੋਂ ਨਾਲ ਲਿਆ ਤੇ ਉਹ ਮਿਲਣਾ ਚਾਹੁੰਦਾ ਸੀ ਸੰਤ ਜਰਨੈਲ ਸਿੰਘ ਖਾਲਸਾ ਜੀ ਨੂੰ। ਅੱਜ 25 ਅਗਸਤ ਦਾ ਦਿਨ ਹੈ। ਅੱਜ ਦੇ ਦਿਨ 1977 ਈਸਵੀ ਸਨ ਵਿੱਚ ਮਹਾਂਪੁਰਸ਼ਾਂ ਨੂੰ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਵਜੋਂ ਦਸਤਾਰਬੰਦੀ ਹੋਈ ਸੀ। ਕੋਈ ਸਿੰਘ ਕਿਸੇ ਦਾ ਨਾਮ ਲੈਂਦਾ ਸੀ, ਕੋਈ ਕਿਸੇ ਦਾ, ਕੋਈ ਕਿਸੇ ਦਾ। ਫਿਰ ਆਖਰ ਬਾਬਾ ਠਾਕੁਰ ਸਿੰਘ ਜੀ ਨੇ ਸੰਤ ਜਰਨੈਲ ਸਿੰਘ ਦਾ ਨਾਂ ਲਿਆ ਕਿ ਭਾਈ ਜਰਨੈਲ ਸਿੰਘ ਰੋਡਿਆਂ ਵਾਲੇ ਅਭਿਆਸੀ ਨੂੰ ਦਸਤਾਰਬੰਦੀ ਕਰੋ। 45 ਸਿੰਘਾਂ ਦੀ ਮੀਟਿੰਗ ਹੋਈ ਸੀ ਤੇ ਉਹਨਾਂ 45 ਸਿੰਘਾਂ 'ਚੋਂ ਕਿਸੇ ਨੇ ਵੀ ਇਹਨਾਂ ਦੀ ਵਿਰੋਧਤਾ ਨਹੀਂ ਸੀ ਕੀਤੀ, ਪਰ ਸੰਤ ਜਰਨੈਲ ਸਿੰਘ ਖਾਲਸਾ ਜੀ ਮੰਨਦੇ ਨਹੀਂ ਸਨ। ਬਹੁਤ ਜਿੱਦ ਕੀਤੀ ਸੀ ਕਿ ਮੈਨੂੰ ਦਸਤਾਰ ਨਹੀਂ ਚਾਹੀਦੀ, ਮੈਂ ਸੇਵਾ ਹੀ ਕਰਨੀ ਚਾਹੁੰਦਾ। ਜੀਵਨ ਐਡਾ ਮਹਾਨ ਉੱਚਾ ਸੁੱਚਾ ਸੀ। ਨਾਮ ਦੇ ਤਗੜੇ ਅਭਿਆਸੀ ਸਨ ਤੇ ਸਿੰਘਾਂ ਦੇ ਮੰਜਿਆਂ ਥੱਲੇ ਰਾਤ ਨੂੰ ਕਿਸੇ ਨਾ ਕਿਸੇ ਦੇ ਮੰਜੇ ਥੱਲੇ ਸੌ ਜਾਂਦੇ ਸੀ। ਅੱਧੀ ਰਾਤ ਨਾਲ ਉੱਠ ਕੇ ਚੋਰੀ ਜੋੜੇ ਝਾੜਦੇ ਸਨ। ਅਗਰ ਕਿਸੇ ਸਿੰਘ ਨੇ ਵੱਧ ਘੱਟ ਬਚਨ ਵੀ ਬੋਲਿਆ ਤੇ ਹੱਥ ਜੋੜ ਕੇ ਖਲੋ ਗਏ। ਭਾਈ ਹਜੂਰਾ ਸਿੰਘ ਗ੍ਰੰਥੀ ਸਿੰਘ ਸੀ ਮਹਾਂਪੁਰਸ਼, ਉਹਦੋਂ ਵੀ ਪਹਿਲਾਂ ਉੱਠ ਪਏ, ਕਿਤੇ ਇੱਕ ਸ਼ਹਿਰਾ ਉਹਦਾ ਪਾ ਲਿਆ ਇਸ਼ਨਾਨ ਲਈ। ਜਦੋਂ ਤੱਕ ਭਾਈ ਸਾਹਿਬ ਨੇ ਉੱਠਣਾ ਉਦੋਂ ਤੱਕ ਸੁੱਕ ਜਾਏਗਾ, ਪਰ ਉਸਨੇ ਧਿਆਨ ਰੱਖਿਆ ਮੇਰਾ ਕਸ਼ਹਿਰਾ ਕਿੰਨੇ ਅੱਜ ਵਰਤਿਆ। ਅਗਲੇ ਦਿਨ ਉਹਨੇ
ਸੰਤ ਜਰਨੈਲ ਸਿੰਘ ਬਾਰੇ ਵੇਖ ਲਿਆ ਕਿ ਇਸ ਅਭਿਆਸੀ ਨੇ ਮੇਰਾ ਕਸ਼ਹਿਰਾ ਚੁਰਾਇਆ, ਔਰ ਉਹਨੇ ਵੱਧ ਘੱਟ ਬੋਲਿਆ ਤੇ ਮਹਾਂਪੁਰਸ਼ ਹੱਥ ਜੋੜ ਕੇ ਖੜੇ ਰਹੇ। ਭਾਈ ਸਾਹਿਬ ਜੀ ਮਹਾਰਾਜ ਜੀ ਤੁਸੀਂ ਵਜ਼ੀਰ ਹੋ, ਮੈਥੋਂ ਬੜੀ ਵੱਡੀ ਭੁੱਲ ਹੋਈ, ਅੱਗੇ ਤੋਂ ਮੈਂ ਇਹ ਗਲਤੀ ਨਹੀਂ ਕਰਾਂਗਾ। ਔਰ ਦਿਨੇ ਸੰਤ ਕਰਤਾਰ ਸਿੰਘ ਖਾਲਸਾ ਜੀ ਨੂੰ ਪਤਾ ਲੱਗਾ ਕਿ ਭਾਈ ਹਜੂਰਾ ਸਿੰਘ ਨੇ ਰੋਡਿਆਂ ਵਾਲੇ ਅਭਿਆਸੀ ਨੂੰ ਬਹੁਤ ਵੱਧ ਘੱਟ ਬੋਲਿਆ। ਸੰਤ ਕਰਤਾਰ ਸਿੰਘ ਖਾਲਸਾ ਜੀ ਨੇ ਕਿਹਾ, ਭਾਈ ਹਜੂਰਾ ਸਿੰਘਾ ਸਾਵਧਾਨ, ਮੇਰੀ ਸ਼ਾਨ ਦੇ ਖਿਲਾਫ ਜੋ ਮਰਜ਼ੀ ਬੋਲਣੇ, ਮੈਨੂੰ ਕੋਈ ਗੁੱਸਾ ਨਹੀਂ, ਪਰ ਇਸ ਸਿੰਘ ਦੇ ਖਿਲਾਫ ਅੱਗੇ ਤੋਂ ਕਦੇ ਨਾ ਕੁਛ ਬੋਲੀ। ਜੇ ਬੋਲੇਗਾ ਤੇ ਸਾਰੀ ਉਮਰ ਪਛਤਾਵਾ ਪੱਲੇ ਪਏਗਾ। ਇਸ ਸਿੰਘ ਦੀ ਸ਼ਾਨ ਦੇ ਖਿਲਾਫ ਨਹੀਂ ਕਿਸੇ ਨੇ ਬੋਲਣਾ। ਐਸਾ ਉਹਨਾਂ ਦੀ ਕਮਾਈ ਸੀ ਤੇ ਉਹਨਾਂ ਨੂੰ ਪਤਾ ਸੀ। ਹਰ ਇੱਕ ਨਹੀਂ ਜਾਣਦਾ, ਜਾਂ ਬਾਬਾ ਠਾਕੁਰ ਸਿੰਘ ਜੀ ਜਾਣਦੇ ਸੀ ਜਿਨ੍ਹਾਂ ਦੀ ਮਹਾਨ ਉੱਚੀ ਅਵਸਥਾ ਸੀ, ਜਾਂ ਸੰਤ ਕਰਤਾਰ ਸਿੰਘ ਖਾਲਸਾ ਜੀ ਜਾਣਦੇ ਸੀ। ਇਸ ਕਰਕੇ ਜਦੋਂ ਮੰਨੇ ਹੀ ਨਹੀਂ, ਫਿਰ ਆਖਰ ਕਹਿਣਾ ਪਿਆ ਕਿ ਬਚਨ ਤੈਨੂੰ ਮੰਨਣਾ ਪਵੇਗਾ। ਜੇ ਸਿੰਘ ਹੁਕਮ ਲਾਉਂਦੇ ਸਾਰੇ ਤੇ ਫਿਰ ਮੰਨਣਾ ਪਏਗਾ। 5 ਸਿੰਘ ਉੱਠ ਕੇ ਗੁਰੂ ਕੀ ਹਜ਼ੂਰੀ 'ਚ ਤੈਨੂੰ ਹੁਕਮ ਲਾ ਦੇਣਗੇ ਕਿ ਨਹੀਂ ਮੰਨੇਗਾ। ਔਰ ਪਿਤਾ ਜੀ ਨੇ, ਬਾਪੂ ਜੋਗਿੰਦਰ ਸਿੰਘ ਨੇ ਕਿਹਾ ਕਿ ਵੇਖ ਜਰਨੈਲ ਸਿੰਘ, ਤੇਰੀ ਆਪਣੀ ਇੱਛਾ ਨਹੀਂ, ਪਰ ਜੇ ਸਿੰਘ ਤੈਨੂੰ ਨਵਾਜ ਰਹੇ ਨੇ ਤੇ ਫਿਰ ਤੂੰ ਇਹ ਸੇਵਾ ਪ੍ਰਵਾਨ ਕਰ। ਤਾਂ ਫਿਰ ਉਹ ਮੰਨੇ ਸਨ ਤੇ ਉਹਨਾਂ ਜਿਹੜੀ ਕੌਮ ਦੀ ਪੰਥ ਦੀ ਸੇਵਾ ਕੀਤੀ ਆਪ ਜੀ ਨੂੰ ਪਤਾ ਹੀ ਹੈ। ਸੋ ਰਹੋ ਵਿਚਾਰ ਗੁਰੂ ਕੇ ਪਿਆਰਿਓ, ਸੰਤ ਜਰਨੈਲ ਸਿੰਘ ਖਾਲਸਾ ਜੀ ਦੀ ਕਮਾਈ ਕਿ ਉਹਨਾਂ ਦੇ ਮੁਖ ਤੋਂ ਨਿਕਲਿਆ ਬਚਨ ਕਿੱਡਾ ਪ੍ਰਭਾਵਸ਼ਾਲੀ ਸੀ। ਇੱਕ ਫਤਿਹ ਸਿੰਘ ਨਾਂ ਦਾ ਸਿੰਘ, ਸਮਾਂ ਮੇਰਾ ਸੀਮਤ ਆ, ਮੈਂ ਸੰਖੇਪ 'ਚ ਬੇਨਤੀ ਕਰ ਰਿਹਾ। ਉਹ ਫਤਿਹ ਸਿੰਘ ਸਿਰੋਂ ਰੋਡਾ ਭੋਡਾ ਤੇ ਬਲੈਕ ਕਰਨ ਵਾਲਾ, ਫੀਮ ਤੇ ਸ਼ਰਾਬ ਨਸ਼ੇ ਆਦਿ ਕਰਨ ਵਾਲਾ, ਅੰਮ੍ਰਿਤਸਰ ਸਾਹਿਬ ਆਇਆ। ਦੁੱਧ ਲੈ ਕੇ ਆਉਂਦਾ ਸੀ ਪਿੱਤਲ ਦੇ ਦੋਹਣਿਆਂ 'ਚ, ਔਰ ਕਹਿਣ ਲੱਗਾ ਵੇਖੀ ਇੱਥੇ ਬਾਬਾ ਜਰਨੈਲ ਸਿੰਘ ਬੋਲਦਾ। ਤੇ ਜਦੋਂ ਗਿਆ ਇੱਕੋ ਵਾਰੀ 10 ਮਿੰਟ ਬਚਨ ਸੁਣੇ ਤੇ ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ ਮਹਾਂਪੁਰਸ਼ੋ ਸਿਰ ਹਾਜ਼ਰ ਆ, ਜਿੱਥੇ ਮਰਜ਼ੀ ਲਾ ਦਿਓ। ਤੇ ਮਹਾਂਪੁਰਸ਼ ਕਹਿੰਦੇ ਇਹੋ ਜਿਹਾ ਸਿਰ ਅਸੀਂ ਕੀ ਕਰਨਾ। ਕਹਿਣ ਲੱਗਾ ਜੀ ਬਸ ਮੈਂ ਹੁਣ ਕਿਤੇ ਨਹੀਂ ਜਾਣਾ। ਦੋਹਣੇ ਘਰ ਨੂੰ ਘੱਲ ਦਿੱਤੇ ਤੇ ਉੱਥੇ ਰਹਿ ਪਿਆ। ਘਰਦਿਆਂ ਨੇ 1 2 4 ਦਿਨ ਢੀਕ ਕੀਤੀ। ਪਿਤਾ ਕਹਿਣ ਲੱਗਾ ਫੀਮੀ ਅਮਲੀ ਬੰਦਾ, ਸ਼ਰਾਬੀ ਕਬਾਬੀ, ਉਹ ਕਿਹੜਾ ਟਿਕ ਸਕਦਾ, ਕੋਈ ਫਿਕਰ ਵਾਲੀ ਗੱਲ ਨਹੀਂ, ਆਪੇ ਆ ਜਾਣਾ। ਪਰ 10 ਦਿਨ ਲੰਘ ਗਏ, ਫਤਿਹ ਸਿੰਘ ਘਰ ਨਹੀਂ ਗਿਆ। ਉਹਦਾ ਸਕਾ ਭਣਵਈਆ ਸੰਤੋਖ ਸਿੰਘ ਉਹ ਆਇਆ, ਕਹਿਣ ਲੱਗਾ ਮੈਂ ਲਿਆਉਣਾ ਮਨਾ ਕੇ। ਜਦੋਂ ਆਇਆ ਤੇ ਉਹਨੇ 2-4 ਬਚਨ ਸੁਣੇ ਤੇ ਉਹ ਵੀ ਉੱਥੇ ਹੀ ਬਹਿ ਗਿਆ। ਦੋਵੇਂ ਸਾਲਾ ਭਣਵਈਆ ਫਤਿਹ ਸਿੰਘ ਤੇ ਸੰਤੋਖ ਸਿੰਘ ਦੋਵਾਂ ਨੇ ਪੰਥ ਲਈ ਜੂਝਦਿਆਂ ਸ਼ਹਾਦਤ ਪ੍ਰਾਪਤ ਕੀਤੀ ਆ। ਇਸ ਪ੍ਰਕਾਰ ਘਰ ਫਤਿਹ ਹੀ ਬੁਲਾਤੀ, ਪੱਕੀ ਘਰ ਗਏ ਨਹੀਂ, ਪੰਥ ਦੀ ਸੇਵਾ 'ਚ ਲੱਗ ਗਏ। ਐਸਾ ਪ੍ਰਭਾਵਸ਼ਾਲੀ ਉਹਨਾਂ ਦਾ ਪ੍ਰਭਾਵ ਬਚਨ ਕਿਉਂਕਿ ਹਿਰਦੇ 'ਚੋਂ ਨਿਕਲਦਾ ਸੀ, ਆਪ ਪਹਿਲਾਂ ਕਮਾਇਆ ਹੋਇਆ। ਮੈਂ ਉਹਨਾਂ ਮਹਾਂਪੁਰਸ਼ਾਂ ਦੀ ਗੱਲ ਕਰ ਰਿਹਾ ਸੀ ਕਿ ਵਾਸ਼ਿੰਗਟਨ ਪੋਸਟ ਅਖਬਾਰ ਦਾ ਪੱਤਰਕਾਰ ਅਮਰੀਕਾ ਤੋਂ ਇੰਡੀਆ ਗਿਆ, ਧਰਮਯੁੱਧ ਮੋਰਚਾ ਚੱਲਦਾ ਸੀ, ਜਾ ਕੇ ਸੰਤ ਜਰਨੈਲ ਸਿੰਘ ਖਾਲਸਾ ਜੀ ਨੂੰ ਮਿਲਿਆ ਤੇ ਫਿਰ ਹਰਚੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ਤੇ ਗਿਆ, ਉਹਨੂੰ ਵੀ ਮਿਲਿਆ। ਦੋਵੇਂ ਪੱਤਰਕਾਰ ਜਦੋਂ ਥੱਲੇ ਆਏ, ਆਪਸ ਵਿੱਚ ਗੱਲਬਾਤ ਹੋਈ ਤੇ ਉਸ ਪੱਤਰਕਾਰ ਨੇ ਅਮਰੀਕਾ ਤੋਂ ਅੰਗਰੇਜ਼ ਜਿਹੜਾ ਗਿਆ ਹੋਇਆ ਸੀ, ਉਹਨੇ ਕਰਮਜੀਤ ਨੂੰ ਪੁੱਛਿਆ ਕਿ ਤੂੰ ਕੀ ਮਹਿਸੂਸ ਕੀਤਾ। ਕਹਿਣ ਲੱਗਾ ਤੂੰ ਦੱਸ ਤੂੰ ਕੀ ਮਹਿਸੂਸ ਕੀਤਾ। ਕਹਿਣ ਲੱਗਾ ਇਹ ਦੱਸ ਕਿ ਤੂੰ ਸਿੱਖ ਹੈ ਤੇ 18ਵੀਂ ਸਦੀ ਦੇ ਸਿੱਖਾਂ ਦਾ ਇਤਿਹਾਸ ਤੂੰ ਪੜ੍ਹਿਆ। ਉਹ ਕਹਿਣ ਲੱਗਾ ਨਹੀਂ ਮੈਂ ਨਹੀਂ ਪੜ੍ਹਿਆ, ਸਾਡੇ 'ਚ ਇਹ ਵੀ ਬੜੀ ਵੱਡੀ ਘਾਟ ਹੈ ਸਿੱਖਾਂ 'ਚ। ਗੁਰੂ ਦੇ ਸਿੱਖਾਂ ਦੇ ਘਰ ਜੰਮੇ ਅਸੀਂ, ਸਿੱਖ ਕਹਾਉਂਦੇ ਆ, ਗੁਰਬਾਣੀ ਇਤਿਹਾਸ ਤੋਂ ਬੜਾ ਦੂਰ ਆ। ਅਸੀਂ ਚਾਹੀਦਾ ਸਾਨੂੰ ਗੁਰੂ ਕੀ ਬਾਣੀ ਦਾ ਤੇ ਇਤਿਹਾਸ ਦਾ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨਾ ਹਰ ਇੱਕ ਸਿੱਖ ਵਾਸਤੇ ਜ਼ਰੂਰੀ ਹੈ। ਤਾਂ ਹੀ ਚੜ੍ਹਦੀ ਕਲਾ ਹੋਵੇਗੀ। ਨਾ ਅਸੀਂ ਆਪ ਪੜ੍ਹਦੇ ਹਾਂ, ਨਾ ਸੁਣ ਹੀ ਸਕਦੇ ਹਾਂ ਪ੍ਰੇਮ ਨਾਲ ਬੈਠ ਕੇ। ਕਥਾ ਕੀਰਤਨ ਸਮਾਗਮ ਬੜੇ ਹੋ ਰਹੇ ਨੇ, ਪਰ ਬਹੁਤ ਘੱਟ ਅਸੀਂ ਸਰੋਤੇ ਹਾਂ। ਸਰੋਤ ਕੰਨਾਂ ਦੀ ਬਹੁਤ ਉੱਚੀ ਬਣਾਉਣੀ ਪਏਗੀ। ਰਹੋ ਵਿਚਾਰ। ਉਸਨੇ ਕਿਹਾ ਕਿ 18ਵੀਂ ਸਦੀ ਦੇ ਸਿੱਖਾਂ ਦਾ ਇਤਿਹਾਸ ਪੜ੍ਹਿਆ ਤੂੰ। ਕਹਿਣ ਲੱਗਾ ਨਹੀਂ ਮੈਂ ਨਹੀਂ ਪੜ੍ਹਿਆ। ਕਹਿਣ ਲੱਗਾ ਫਿਰ ਮੈਂ ਪੜ੍ਹਿਆ। ਅੰਗਰੇਜ਼ ਕਹਿਣ ਲੱਗਾ ਮੈਂ ਪੜ੍ਹਿਆ। ਸੰਤ ਜਰਨੈਲ ਸਿੰਘ ਖਾਲਸਾ ਜੀ ਦੀ ਰਿਹਾਇਸ਼ ਵੱਲ ਹੱਥ ਕਰਕੇ ਕਹਿਣ ਲੱਗਾ ਜਿਹੜਾ ਇੱਧਰ ਸੰਤ ਆ, ਉਹ ਕੌਮ ਨੂੰ ਜਿਹੜੀਆਂ ਦਰਪੇਸ਼ ਚੁਣੌਤੀਆਂ ਹਨ, ਜੋ ਕੌਮ ਦੀ ਤਰਾਸਦੀ ਆ, ਜੋ ਕੌਮ ਦੇ ਗਲ ਗੁਲਾਮੀ ਪਈ ਹੋਈ ਹੈ ਨਾ ਸਿੱਖ ਕੌਮ ਦੇ, ਉਹਨੂੰ ਅੰਦਰੋਂ ਫੀਲ ਕਰ ਰਿਹਾ, ਮਹਿਸੂਸ ਕਰ ਰਿਹਾ, ਹੱਡੀ ਹੰਢਾ ਰਿਹਾ ਹੈ। ਜਿੰਨੀ ਵੱਡੀ ਮਰਜ਼ੀ ਤਾਕਤ ਦੁਨੀਆ ਦੀ ਆ ਜਾਏ, ਇਹਨੂੰ ਕੋਈ ਝੁਕਾ ਨਹੀਂ ਸਕੇਗਾ। ਤੇ ਜਿਹੜਾ ਇੱਧਰ ਸੰਤ ਆ, ਇਹਨੂੰ ਪਤਾ ਸਾਰਾ ਕੁਝ ਹੈ, ਜਾਣਕਾਰੀ ਸਾਰੀ ਹੈ, ਪਰ ਕੌਮ ਦਾ ਦਰਦ ਇਹਦੇ ਅੰਦਰ ਨਹੀਂ ਹੈ। ਇਸ ਕਰਕੇ ਇਹਦੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਕੌਮ ਨੂੰ। ਇਹ ਹਰਚੰਦ ਸਿੰਘ ਲੌਂਗੋਵਾਲ ਬਾਰੇ ਉਸ ਅੰਗਰੇਜ਼ੀ ਅਖਬਾਰ ਦੇ ਪੱਤਰਕਾਰ ਜਿਹੜਾ ਅਮਰੀਕਾ ਤੋਂ ਗਿਆ ਸੀ, ਉਸਨੇ ਬਚਨ ਕੀਤੇ। ਯਾਨੀ ਕਿ ਸਮਝਦਾਰ ਬੰਦੇ, ਅਕਲ ਵਾਲੇ, ਤਜਰਬੇਕਾਰ ਬੰਦੇ
ਮਿਲ ਕੇ ਹੀ ਪਤਾ ਕਰ ਲੈਂਦੇ ਨੇ ਕਿ ਇਹ ਬੰਦਾ ਕਿਹੋ ਜਿਹਾ ਤੇ ਬੰਦਾ ਕਿਹੋ ਜਿਹਾ। ਇਸ ਕਰਕੇ ਗੁਰੂ ਕੇ ਪਿਆਰਿਓ, ਜਿਹੜੀ ਕਮਾਈ ਹੈ ਨਾ ਅੰਦਰ ਕਿਸੇ ਦੇ, ਉਸ ਕਮਾਈ ਕਰਕੇ ਹੀ ਕਿਸੇ ਵੀ ਕੌਮ, ਸਭਾ, ਸੁਸਾਇਟੀ, ਸੰਸਥਾ ਦੀ ਚੜ੍ਹਦੀ ਕਲਾ ਹੁੰਦੀ ਹੈ। ਔਰ ਸਾਡੇ ਪੰਥ ਵਿੱਚ ਐਸੀਆਂ ਮਹਾਨ ਹਸਤੀਆਂ ਹੋਈਆਂ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ ਬਹੁਤ ਵੱਡੀ ਪੰਥ ਦੀ ਸੇਵਾ ਕੀਤੀ ਹੈ। ਇਹ ਮਤ ਸਮਝੋ ਕਿ ਕੇਵਲ ਉਹ ਜ਼ਬਾਨ ਤੋਂ ਪ੍ਰਚਾਰ ਕਰਦੇ ਸੀ ਤੇ ਤਾਂ ਕਰਕੇ ਲੋਕ ਉਹਨਾਂ ਦੇ ਪਿੱਛੇ ਲੱਗਦੇ ਸਨ। ਨਹੀਂ, ਗੁਰੂ ਕੇ ਪਿਆਰਿਓ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ, ਉਹਨਾਂ ਤੋਂ ਵਰੋਸ ਆਏ ਹੋਏ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ, ਔਰ ਗੁਰੂ ਕੇ ਪਿਆਰਿਓ, ਜਦੋਂ ਉਹਨਾਂ ਨੂੰ ਪਟਨਾ ਸਾਹਿਬ ਦਸਤਾਰਬੰਦੀ ਕੀਤੀ ਗਈ ਸੀ ਤੇ ਉਸ ਵੇਲੇ ਬਾਬਾ ਸੋਹਣ ਸਿੰਘ ਵਿਧੀ ਚੰਦੀਏ ਪਟਨਾ ਸਾਹਿਬ ਗੁਰੂ ਕੇ ਬਾਗ ਵਿੱਚ ਉਹਨਾਂ ਦਾ ਤਾਰਾ ਸੀ ਤੇ ਉਹ ਉਸ ਵੇਲੇ ਚੱਲ ਕੇ ਆਏ ਮਹਾਂਪੁਰਸ਼ਾਂ ਕੋਲ ਤੇ ਕਿਹਾ, ਜੀ ਪਤਾ ਲੱਗਾ ਤੁਸੀਂ ਭਾਈ ਕਰਤਾਰ ਸਿੰਘ ਨੂੰ ਦਸਤਾਰਬੰਦੀ ਕੀਤੀ ਆ। ਕਹਿਣ ਲੱਗੇ, ਹਾਂ ਬਾਬਾ ਜੀ। ਕਹਿਣ ਲੱਗੇ, ਫਿਰ ਅਸੀਂ ਵੀ ਸਰੋਪਾ ਦਸਤਾਰ ਲੈ ਕੇ ਆਏ ਹਾਂ। ਤੇ ਉਸ ਵੇਲੇ ਸੰਤ ਗੁਰਬਚਨ ਸਿੰਘ ਖਾਲਸਾ ਜੀ ਨੇ ਕਿਹਾ, ਮਹਾਂਪੁਰਸ਼ੋ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਭਾਈ ਬਿਧੀ ਚੰਦ ਬਹਾਦਰ ਦੁਆਰਾ ਤੁਹਾਡੇ ਉੱਪਰ ਬੜੀ ਮਹਾਨ ਕਿਰਪਾ ਹੈ। ਇਸ ਕਰਕੇ ਸਾਡੀ ਇੱਛਾ ਹੈ ਤੁਸੀਂ ਆਪਣੇ ਕਰ ਕਮਲਾਂ ਨਾਲ, ਆਪਣੇ ਮੁਬਾਰਕ ਹੱਥਾਂ ਦੇ ਨਾਲ ਹੀ ਭਾਈ ਕਰਤਾਰ ਸਿੰਘ ਦੇ ਸੀਸ ਤੇ ਦਸਤਾਰ ਸਜਾਓ। ਬਾਬਾ ਸੋਹਣ ਸਿੰਘ ਜੀ ਹੋਰਨਾਂ ਵਿਦਵਾਨਾਂ ਵਾਂਗ ਵਿਦਵਾਨ ਨਹੀਂ ਸੀ ਕਿ ਉਹ ਸਟੇਜਾਂ ਤੇ ਚੜ੍ਹ ਕੇ ਇਸ ਤਰ੍ਹਾਂ ਬਹੁਤੀ ਵਿਦਿਆ ਦੁਆਰਾ ਪ੍ਰਚਾਰ ਕਰਦੇ ਸਨ। ਉਹਨਾਂ ਦਾ ਜੀਵਨ ਐਡਾ ਮਹਾਨ, ਉੱਚਾ ਸੁੱਚਾ ਸੀ। ਗੁਰੂ ਕੇ ਸ਼ਬਦ ਨੂੰ ਉਹਨਾਂ ਨੇ ਕਮਾਇਆ ਹੋਇਆ ਸੀ। ਅੱਜ ਕੱਲ੍ਹ ਐਸਾ ਪ੍ਰਚਾਰ ਕੀਤਾ ਜਾ ਰਿਹਾ ਕਿ ਸਿੱਖ ਧਰਮ 'ਚ ਸਿਮਰਨ ਹੈ ਹੀ ਨਹੀਂ ਅਖੇ, ਬਲਕਿ ਗੁਰੂ ਕੇ ਪਿਆਰਿਓ, ਸਿੱਖ ਧਰਮ ਦਾ ਮੁੱਢ ਹੀ ਸਿਮਰਨ ਹੈ। ਇਹੀ ਘਾਟ ਸੀ ਹਿੰਦੁਸਤਾਨ ਦੇ ਅੰਦਰ। ਵਿਦਿਆ ਬੜੀ ਸੀ ਪਰ ਕਮਾਈ ਨਹੀਂ ਸੀ, ਸਿਮਰਨ ਹੈ ਨਹੀਂ ਸੀ, ਜੀਵਨ ਦੇ ਵਿੱਚ ਧਰਮ ਨਹੀਂ ਸੀ ਆਇਆ ਹੋਇਆ ਤੇ ਇਸ ਕਾਰਨ ਕਰਕੇ ਦੁਰਦਸ਼ਾ ਬਣੀ ਹੋਈ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਖੁਦ 10 ਜਾਮਿਆਂ ਦੇ ਵਿੱਚ ਵਰਤ ਕੇ ਧਰਮ ਕਮਾਉਣਾ ਸਿਖਾਇਆ। 5ਵੇਂ ਜਾਮੇ ਤੱਕ ਸਤ ਸੰਤੋਖ ਦਇਆ ਧਰਮ ਧੀਰਜ, ਇਹ 5 ਪਿਆਲੇ ਪਿਆਏ ਆਪਣੇ ਸਿੱਖਾਂ ਨੂੰ ਆਪ ਪੀ ਪੀ ਕੇ ਦੱਸੇ। 5ਵੇਂ ਜਾਮੇ 'ਚ ਜ਼ਬਰ ਦਾ ਟਾਕਰਾ ਸਬਰ ਰਾਹੀਂ ਹਜ਼ੂਰ ਨੇ ਕੀਤਾ, ਸ਼ਹਾਦਤ ਪ੍ਰਾਪਤ ਕੀਤੀ। ਔਰ ਉਸ ਵੇਲੇ ਸਮੇਂ ਨੇ ਕਰਵਟ ਲਈ ਤਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ ਕਿ ਅੰਦਰ ਵੜ ਕੇ ਰੋਸ ਕਰਨ ਦੀ ਹੁਣ ਲੋੜ ਨਹੀਂ ਹੈ। ਰੋਸ ਕੀਤਿਆਂ ਗੱਲ ਨਹੀਂ ਬਣੇਗੀ। ਜ਼ੋਰ ਜ਼ੁਲਮ ਹੱਦੋਂ ਵੱਧ ਚੁੱਕਾ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨਾਲੋਂ ਵੱਡਾ ਧਰਮਾਤਮਾ ਤੇ ਦੁਨੀਆ 'ਚ ਹੈ ਕੋਈ ਨਹੀਂ। ਉਹਨਾਂ ਨੂੰ ਪਕੜ ਕੇ ਉਹਨਾਂ ਨੇ ਸ਼ਹੀਦ ਕਰ ਦਿੱਤਾ ਤੇ ਹੁਣ ਸਮਾਂ ਮੰਗ ਕਰਦਾ ਹੈ ਕਿ ਇਹਨਾਂ ਜਰਵਾਣਿਆਂ ਦਾ ਬੂਥਾ ਸ਼ਸਤਰਧਾਰੀ ਹੋ ਕੇ ਭੰਨਿਆ ਜਾਏ। ਸਤਿਗੁਰੂ ਜੀ ਕਰਾਮਾਤ ਵਰਤ ਸਕਦੇ ਸਨ, ਆਪਣੀ ਆਤਮਿਕ ਸ਼ਕਤੀ ਨੂੰ ਵਰਤ ਸਕਦੇ ਸੀ। ਕੋਈ ਸਤਿਗੁਰਾਂ ਨੂੰ ਸ਼ਹੀਦ ਨਹੀਂ ਸੀ ਕਰ ਸਕਦਾ। ਇਹ ਘੱਟ ਬੁੱਧੀ ਵਾਲੇ, ਨਮਤਾ ਬੁੱਧੀ ਵਾਲੇ ਬੰਦੇ ਐਸਾ ਪ੍ਰਚਾਰ ਕਰ ਰਹੇ ਨੇ, ਸਿਮਰਨ ਨੇ ਤੇ ਕੀਰਤਨ ਨੇ ਸਾਡਾ ਆਖੇ ਕੁਝ ਨਹੀਂ ਸਵਾਰਿਆ। ਜੇ ਸਿਮਰਨ ਵਿੱਚ, ਕੀਰਤਨ ਵਿੱਚ ਸ਼ਕਤੀ ਹੁੰਦੀ ਤੇ ਗੁਰੂ ਅਰਜਨ ਦੇਵ ਨੂੰ ਕੋਈ ਸ਼ਹੀਦ ਨਾ ਕਰ ਦਿੰਦਾ, ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਨਾ ਕਰ ਦਿੰਦਾ। ਹਰਿਮੰਦਰ ਸਾਹਿਬ ਤੇ 84 ਅਟੈਕ ਹੋਇਆ, ਇੰਨੇ ਸਿੰਘ ਸਿੰਘਣੀਆਂ ਦੀ ਸ਼ਹਾਦਤ ਹੋਈ, ਸ਼ਕਤੀ ਨਹੀਂ ਵਰਤੀ। ਗੁਰੂ ਕੇ ਪਿਆਰਿਓ, ਕਿਉਂ ਨਹੀਂ ਸ਼ਕਤੀ ਵਰਤੀ? ਵਰਤੀ ਹੈ, ਸਾਹਮਣੇ ਅੱਖਾਂ ਦੇ ਵਰਤੀ ਆ। ਹਾਂ, ਜਿਹੜੀ ਕਰਾਮਾਤ ਲੋਕ ਲਈ ਫਿਰਦੇ ਸਨ, ਰਿੱਧੀ ਸਿੱਧੀ ਨਿੱਧੀ ਵਿਖਾ ਕੇ ਆਪਣੇ ਪੈਰਾਂ ਦੀ ਪੂਜਾ ਕਰਾਉਣੀ, ਉਸ ਢੰਗ ਨਾਲ ਸਤਿਗੁਰੂ ਜੀ ਨੇ ਕਰਾਮਾਤ ਵਰਤਣ ਤੋਂ ਸੰਕੋਚ ਕੀਤਾ। ਪਰ ਇਹ ਮਤ ਸਮਝੋ ਕਿ ਸਿਮਰਨ ਵਿੱਚ ਸ਼ਕਤੀ ਨਹੀਂ ਜਾਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸ਼ਕਤੀ ਨਹੀਂ। ਸਤਿਗੁਰੂ ਦਾ ਘਰ ਕਰਾਮਾਤ ਦਾ ਸਮੁੰਦਰ ਹੈ। ਜਿੱਥੇ ਲੋੜ ਪਈ, ਐਮਰਜੈਂਸੀ ਹੋਈ, ਉੱਥੇ ਸਤਿਗੁਰੂ ਜੀ ਨੇ ਕਰਾਮਾਤ, ਆਤਮਿਕ ਸ਼ਕਤੀ ਵਰਤੀ ਲੋੜ ਪੈਣ ਤੇ, ਪਰ ਪੂਜਾ ਕਰਾਉਣ ਲਈ ਨਹੀਂ। ਪਹਿਲੇ ਜਾਮੇ 'ਚ ਮੱਕਾ ਘੁਮਾਇਆ, ਚਰਨਾਂ ਦੁਆਲੇ ਮੱਕਾ ਘੁੰਮਿਆ। ਕੀ ਕੋਈ ਦੱਸ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਦੀਆਂ ਖੜਾਵਾਂ ਉਹਨਾਂ ਨੇ ਪੂਜਣ ਲਈ ਕਿਉਂ ਰੱਖੀਆਂ? ਜਿਹੜੇ ਕਹਿੰਦੇ ਵੀ ਮੱਕਾ ਨਹੀਂ ਘੁੰਮਿਆ। ਸੰਤ ਕਰਤਾਰ ਸਿੰਘ ਖਾਲਸਾ ਜੀ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹ ਰਹੇ ਸੀ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ, ਮੈਂ ਉਹਨਾਂ ਦੀ ਨਿੰਦਿਆ ਨਹੀਂ ਕਰਨ ਲੱਗਾ, ਉਹ ਬੜੇ ਵਿਦਵਾਨ ਸਨ, ਚੰਗੇ ਗੁਣ ਵੀ ਉਹਨਾਂ ਵਿੱਚ ਹੈ ਸਨ, ਪਰ ਕੋਈ ਵੀ ਮਨੁੱਖ ਮੁਕੰਮਲ ਨਹੀਂ ਹੁੰਦਾ। ਉਹ ਪੜ੍ਹਾ ਰਹੇ ਸਨ ਕਿ ਮੱਕਾ ਨਹੀਂ ਸੀ ਫਿਰਿਆ, ਮਨ ਫਿਰੇ ਸਨ। ਸੰਤ ਕਰਤਾਰ ਸਿੰਘ ਜੀ ਉਦੋਂ ਵਿਦਿਆਰਥੀ ਸੀ, ਉੱਠ ਕੇ ਖੜੇ ਹੋਏ, ਕਹਿਣ ਲੱਗੇ, ਪ੍ਰੋਫੈਸਰ ਸਾਹਿਬ, ਸਾਡੇ ਮਾਤਾ ਪਿਤਾ ਨਾਲੋਂ ਵੱਧ ਸਨਮਾਨਯੋਗ ਹੋ ਤੁਸੀਂ, ਕਿਉਂਕਿ ਸਿਆਣੇ ਦਾ ਕਥਨ ਹੈ, ਟੁੱਕ ਦੇਣ ਵਾਲਾ ਮੰਦਾ ਪਰ ਸਿੱਖਿਆ ਦੇਣ ਵਾਲਾ ਚੰਗਾ।
ਪੁਰਾਣੇ ਸਮਿਆਂ 'ਚ ਉਸਤਾਦਾਂ, ਟੀਚਰਾਂ, ਅਧਿਆਪਕਾਂ ਦਾ ਬਹੁਤ ਵੱਡਾ, ਮੁਨਸ਼ੀਆਂ ਦਾ ਸਨਮਾਨ ਹੁੰਦਾ ਸੀ। ਅੱਜ ਸਮੇਂ ਵਿੱਚ ਗਿਰਾਵਟ ਆਈ ਹੈ ਲੋਕਾਂ ਅੰਦਰ ਕਿ ਆਪਣੇ ਅਧਿਆਪਕ ਦਾ, ਉਸਤਾਦ ਦਾ ਕੋਈ ਸਤਿਕਾਰ ਨਹੀਂ ਕਰਦੇ ਲੋਕ। ਇਹ ਗਿਰਾਵਟ ਹੈ। ਔਰ ਕਿਉਂਕਿ ਉਹਨੇ ਸਿੱਖਿਆ ਦੇ ਕੇ ਜੀਵਨ ਘੜਨਾ, ਇਸ ਕਰਕੇ ਆਪਣੇ ਉਸਤਾਦ ਦਾ ਬੜਾ ਸਨਮਾਨ ਕਰਨਾ ਚਾਹੀਦਾ। ਉੱਠ ਕੇ ਵਿਦਿਆਰਥੀ ਭਾਈ ਕਰਤਾਰ ਸਿੰਘ ਖੜਾ ਹੋਇਆ ਕਿ ਪ੍ਰੋਫੈਸਰ ਸਾਹਿਬ, ਤੁਸੀਂ ਮਾਤਾ ਪਿਤਾ ਨਾਲੋਂ ਵੱਧ ਸਨਮਾਨਯੋਗ ਹੋ, ਪਰ ਜਿਹੜਾ ਬਚਨ ਤੁਸੀਂ ਕਹਿ ਰਹੇ ਹੋ ਕਿ ਫਿਰਿਆ ਮੱਕਾ ਦੀ ਥਾਂ ਤੇ ਫੇਰੇ ਮਨ ਕਹਿ ਰਹੇ ਹੋ, ਇਹ ਗੱਲ ਮੰਨਣ 'ਚ ਨਹੀਂ ਆਉਂਦੀ। ਕਿਉਂਕਿ ਭਾਈ ਗੁਰਦਾਸ ਜੀ ਯਥਾਰਥ ਬਖਤਾ ਹਨ। ਉਹਨਾਂ ਠੇਠ ਬੋਲੀ ਵਿੱਚ ਬਚਨ ਲਿਖਿਆ, ਫਿਰਿਆ ਮੱਕਾ ਟੰਗੋਂ ਪਕੜ ਘਸੀਟਿਆ। ਗੁਰੂ ਨਾਨਕ ਸਾਹਿਬ ਨੂੰ ਲੱਤ ਤੋਂ ਪਕੜ ਕੇ ਜੀਵਨ ਕਾਜੀ ਨੇ ਧੁਇਆ। ਫਿਰਿਆ ਮੱਕਾ ਕਲਾ ਦਿਖਾਰੀ। ਕਹਿੰਦੇ ਨਹੀਂ ਕਾਕਾ, ਮਨ ਫੇਰੇ ਸੀ। ਕਹਿੰਦੇ ਜੇ ਮਨ ਫੇਰੇ ਹੁੰਦੇ ਤਾਂ ਭਾਈ ਗੁਰਦਾਸ ਲਿਖਦੇ, ਫੇਰੇ ਮਨ ਕਲਾ ਦਿਖਾਰੀ। ਕਾਵ ਦੇ ਵਜਨ ਵਿੱਚ ਕੋਈ ਫਰਕ ਨਹੀਂ ਸੀ ਪੈਣਾ। ਤੇ ਤੁਸੀਂ ਕਿਵੇਂ ਕਹਿ ਰਹੇ ਹੋ ਵੀ ਮੱਕਾ ਨਹੀਂ ਫਿਰਿਆ? ਮੁਸਲਮਾਨ ਤਾਂ ਮੰਨਦੇ ਨੇ ਵੀ ਮੱਕਾ ਫਿਰਿਆ। ਉਹਨਾਂ ਤਾਂ ਗੁਰੂ ਨਾਨਕ ਸਾਹਿਬ ਦੀ ਖੜਾ ਅੱਜ ਵੀ ਆਪਣੇ ਕੋਲ ਰੱਖੀ ਹੋਈ ਹੈ ਪੂਜਣ ਲਈ। ਜਿਹੜਾ ਗੁਰੂ ਨਾਨਕ ਚਮਤਕਾਰ ਹੈ ਭਾਈ ਵੀਰ ਸਿੰਘ ਦਾ ਲਿਖਿਆ, ਉਹਦੇ ਵਿੱਚ ਉਹਨਾਂ ਚੰਗੀ ਤਰ੍ਹਾਂ ਖੋਜ ਕਰਕੇ ਬਚਨ ਲਿਖਿਆ। ਬਹਾਵਲਪੁਰ ਰਿਆਸਤ ਜਿਹੜੀ ਪਾਕਿਸਤਾਨ ਵਿੱਚ ਹੈ, ਉੱਥੇ ਉੱਚ ਸ਼ਰੀਫ ਟਿਕਾਣਾ ਹੈ ਪੀਰਾਂ ਦਾ। ਉਸ ਵੇਲੇ ਉਹ ਮੱਕੇ ਦੇ ਮਜੌਰ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਖੜਾ ਉਹਨਾਂ ਨੇ ਮੰਗ ਕੇ ਲਈ ਸੀ, ਉੱਥੇ ਰੱਖ ਕੇ ਪੂਜਾ ਹੁੰਦੀ ਰਹੀ ਮੱਕੇ ਦੇ ਵਿੱਚ। ਜਦੋਂ ਉੱਥੇ ਝਗੜਾ ਹੋਇਆ, ਮਜੌਰਾਂ ਨੂੰ ਕੱਢ ਦਿੱਤਾ ਗਿਆ। ਉਹ ਮਜੌਰ ਆਪਣੇ ਟਿਕਾਣੇ ਉੱਚ ਸ਼ਰੀਫ ਚਲੇ ਗਏ। ਅੱਜ ਵੀ ਉਹਨਾਂ ਇੱਕ ਟਰੰਕ ਵਿੱਚ, ਸੰਦੂਕ ਵਿੱਚ ਗੁਰੂ ਬਾਬਾ ਜੀ ਦੀ ਖੜਾ ਸੰਭਾਲ ਕੇ ਰੱਖੀ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਉਹਨਾਂ ਨੂੰ ਮੁਰੱਬੇ ਦੇਣ ਦਾ ਲਾਲਚ ਦਿੱਤਾ ਗਿਆ ਕਿ ਦੱਸੋ ਕਿੰਨੇ ਮੁਰੱਬੇ ਜ਼ਮੀਨ ਚਾਹੀਦੀ ਹੈ, ਚਾਹੀਦਾ ਕੀ ਹੈ, ਸਾਡੇ ਬਾਬੇ ਦੀ ਖੜਾ ਸਾਨੂੰ ਦੇ ਦਿਓ। ਕਹਿਣ ਲੱਗੇ ਨਾ, ਇਹ ਗੁਰੂ ਬਾਬਾ ਹਜ਼ਰਤ ਪੀਰ ਬਾਬਾ ਨਾਨਕ ਦੀ ਮੁਕੱਦਸ ਖੜਾ ਹੈ, ਇਹ ਨਹੀਂ ਅਸੀਂ ਦੇ ਸਕਦੇ। ਇਹਦੇ ਅੱਗੇ ਖਲੋ ਕੇ ਅਸੀਂ ਸੁਖਣਾ ਸੁਖ ਦੇ ਮੰਨਤਾ ਕਰਦੇ, ਪੂਜਾ ਕਰਦੇ ਹਾਂ। ਔਰ ਇਹਦਾ ਕਰਕੇ ਸਾਡਾ ਵੀ ਸਨਮਾਨ ਹੈ। ਅਸੀਂ ਇਹ ਦਾਤ, ਮੁਕੱਦਸ ਦਾਤ ਨਹੀਂ ਦੇ ਸਕਦੇ। ਸਾਡੇ ਵੱਡਿਆਂ ਨੇ ਗੁਰੂ ਨਾਨਕ ਸਾਹਿਬ ਕੋਲੋਂ ਮੰਗ ਕੇ ਲਈ ਸੀ, ਅੱਜ ਤੱਕ ਉਹ ਸਨਮਾਨ ਕਰਦੇ ਨੇ। ਇਸ ਕਰਕੇ ਗੁਰੂ ਕੇ ਪਿਆਰਿਓ, ਗੈਰ ਮੁਸਲਮਾਨ ਤਾਂ ਮੱਕੇ ਜਾ ਹੀ ਨਹੀਂ ਸਕਦਾ। 60 ਕੋਹ ਦੇ ਦਿਵਾਲੇ ਪਾਬੰਦੀ ਆ। ਪਹਿਲਾਂ ਕਲਮੇ ਵਾਲਾ ਮਾਸ ਖਵਾ ਕੇ ਵੇਖਦੇ ਵੀ ਮੁਸਲਮਾਨ ਹੈ ਵੀ ਕਿ ਨਹੀਂ। ਗੈਰ ਮੁਸਲਮਾਨ ਉੱਥੇ ਜਾ ਹੀ ਨਹੀਂ ਸਕਦਾ। ਤੇ ਜੇ ਕਿ ਇਹ ਦਲੀਲਬਾਜ਼ੀ ਨਾਲ ਉਹਨਾਂ ਨੂੰ ਕਾਇਲ ਕਰ ਲਿਆ ਤੇ ਤਾਂ ਉਹਨਾਂ ਖੜਾ ਪੂਜਣ ਲਈ ਰੱਖੀ, ਇਹ ਗਲਤ ਗੱਲ ਹੈ। ਨਹੀਂ ਗੁਰੂ ਕੇ ਪਿਆਰਿਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਤਮਿਕ ਸ਼ਕਤੀ ਵਰਤੀ ਜਿੱਥੇ ਲੋੜ ਪਈ, ਪਰ ਜਿੱਥੇ ਗੱਲ ਆਈ ਸਰੀਰ ਦੀ, ਸਰੀਰ ਨੂੰ ਬਚਾਉਣ ਲਈ ਜਾਂ ਸਰੀਰ ਦੀ ਪੂਜਾ ਲਈ ਹਜ਼ੂਰ ਨੇ ਸ਼ਕਤੀ ਨਹੀਂ ਵਰਤੀ। ਪਰ ਅਕਾਲ ਪੁਰਖ ਵੱਲੋਂ ਇਹ ਸ਼ਕਤੀ ਪ੍ਰਤੱਖ ਵਰਤੀ ਹੈ। ਸਾਡੇ ਝਰੀਟ ਆ ਜਾਏ ਤੇ ਅਸੀਂ ਦਵਾਈਆਂ ਦੇਣ ਲੱਗ ਜਾਂਦੇ, ਸੂਈ ਵਾਜੇ ਤੇ ਦਵਾਈਆਂ ਦਿੰਦੇ, ਮਾੜਾ ਜਿਹਾ ਖੂਨ ਸਿੰਮੇ ਤਾਂ ਸਾਨੂੰ ਦਰਦ ਮਹਿਸੂਸ ਹੁੰਦਾ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ 16 ਪਹਿਰ ਤਤੀ ਤਵੀ ਤੇ ਬੈਠੇ ਰਹੇ ਨੇ, ਉਹਨਾਂ ਦੇ ਮੁਖ ਤੋਂ ਸੀ ਨਹੀਂ ਉਚਾਰੀ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਸੁੱਟਿਆ। 16ਵੀਂ ਪੌੜੀ ਤੱਕ ਪਾਠ ਹੋਇਆ ਸੀ ਤੇ 2 ਟੁਕੜੇ ਮਤੀ ਦਾਸ ਦੇ ਹੋ ਗਏ ਸਨ ਤੇ ਬਾਕੀ ਪਾਠ ਦੋਹਾਂ ਫਾੜਿਆਂ ਵਿੱਚੋਂ ਹੋਇਆ। ਕੀ ਇਹ ਸ਼ਕਤੀ ਨਹੀਂ ਹੈ? ਭਾਈ ਮਨੀ ਸਿੰਘ ਦਾ ਪੋਟਾ ਪੋਟਾ ਕਰਕੇ ਜਲਾਦਾਂ ਨੇ ਕੱਟਿਆ। ਭਾਈ ਮਨੀ ਸਿੰਘ ਦੇ ਮੁਖ ਤੋਂ ਸੀ ਨਿਕਲੀ। ਮੁਸਲਮਾਨ ਲਿਖਾਰੀ ਲਿਖਦੇ ਨੇ, ਬਾਬਾ ਬੰਦਾ ਸਿੰਘ ਬਹਾਦਰ ਵੇਲੇ 740 ਸਿੰਘ ਜਦੋਂ ਸ਼ਹੀਦ ਕੀਤੇ ਗਏ, ਅੰਗਰੇਜ਼ ਲਿਖਾਰੀ ਉੱਥੇ ਮੌਜੂਦ ਸਨ ਕਿ ਅਸੀਂ ਅੱਖਾਂ ਦੇ ਨਾਲ ਇਹ ਮਾਜਰਾ ਦੇਖਿਆ। ਕੋਈ ਵੀ ਸਿੰਘ ਡੋਲਿਆ ਨਹੀਂ, ਕਿਸੇ ਦੇ ਮੁਖ ਤੋਂ ਸੀ ਨਹੀਂ ਨਿਕਲੀ, ਅੱਗੇ ਵੱਧ ਕੇ ਸ਼ਹੀਦੀਆਂ ਦਿੱਤੀਆਂ। ਇਹ ਕੀ ਹੈ? ਇਹ ਕਰਾਮਾਤ ਹੈ। ਕਰਾਮਾਤ ਜਿਹੜੀ ਸਤਿਗੁਰੂ ਨਾਨਕ ਦੇਵ ਦੇ ਘਰ ਵਿੱਚ ਵਰਤੀ ਆ। 1984 ਵੇਲੇ ਵੱਧ ਤੋਂ ਵੱਧ 150 ਸਿੰਘ ਸੀ ਸੰਤ ਜਰਨੈਲ ਸਿੰਘ ਖਾਲਸਾ ਜੀ ਕੋਲ ਲੜਨ ਵਾਲੇ, ਪਰ ਪਤੰਗਿਆਂ ਵਰਗੇ ਸਨ। 1.25 ਲੱਖ ਸੇ ਏਕ ਲੜਾਊ ਬਚਨ ਦੁਹਰਾਇਆ ਉਹਨਾਂ ਨੇ 84 ਵੇਲੇ। 22,394 ਗਿਣਤੀ ਫੌਜ ਦੀ ਹੈ ਜਿਹੜੀ ਮਾਰੀ ਉਹਨਾਂ ਸਿੰਘਾਂ ਨੇ। ਔਰ ਆਸ਼ਾ ਸ਼ਿਕਾਰ ਉੱਠੇ ਫੌਜ ਦੇ ਜਰਨੈਲ ਵੀ ਕਿੱਡੇ ਸਿਖਾਂਦੜੂ ਬੰਦੇ ਨੇ, ਅੰਦਰ ਇੱਕ ਵੀ ਗੋਲੀ ਜਾਇਆ ਨਹੀਂ ਜਾਣ ਦਿੰਦੇ। ਤੇ ਇਹ ਵੱਡੇ ਵੱਡੇ ਟ੍ਰੇਨਡ ਜਰਮਨ ਤੋਂ ਜਿਹੜੇ ਕਮਾਂਡੋ ਸਨ, ਉਹਨਾਂ ਨੂੰ ਉਹਨਾਂ ਨੇ ਭੁੰਨ ਸੁੱਟਿਆ। ਔਰ ਆਖਰ ਹਥਿਆਰ ਇਹਨਾਂ ਨੇ ਟੈਂਕ ਅੰਦਰ ਵਾੜੇ ਸੀ ਤੇ ਫਿਰ ਉਹਨਾਂ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ। ਔਰ ਇਹ ਆਸ਼ਾ ਸ਼ਿਕਾਰ ਉੱਠੇ ਸਨ। ਆਸ਼ਾਸ਼ ਤੇ ਏਡੇ ਦਲੇਰ ਮਰਦ ਬੰਦੇ ਕਿੱਥੋਂ ਪੈਦਾ ਹੋ ਗਏ? ਆਪ ਕੀ ਇਸ ਬਰਾੜ ਲਿਖਦਾ ਕਿ ਜਿਹੋ ਜਿਹੇ ਅੰਦਰ ਬੰਦੇ ਲੜਨ ਵਾਲੇ ਸੀ 10,000 ਗਿਣਤੀ 'ਚ ਹੋਣ ਤੇ ਭਾਰਤ ਦੀ ਸਰਕਾਰ ਨੂੰ ਬਹੁਤੀ ਲੱਖਾਂ ਦੀ ਗਿਣਤੀ 'ਚ ਫੌਜ ਰੱਖਣ ਦੀ ਲੋੜ ਨਹੀਂ। ਇਹੋ ਜਿਹੇ 10,000 ਬੰਦੇ ਬਾਰਡਰਾਂ ਤੇ ਲੜਾਈਏ ਤਾਂ ਚੀਨ ਵਰਗਾ ਦੇਸ਼ ਵੀ ਸਾਡੇ ਅੱਗੇ ਖੰਘ ਨਹੀਂ ਸਕੇਗਾ। ਆਪ ਉਹਨਾਂ ਨੇ ਸਿਫਤ ਲਿਖੀ ਆ। ਇਸ ਕਰਕੇ ਇਹ ਆਤਮਿਕ ਸ਼ਕਤੀ ਹੈ।
ਇਹ ਗੁਰੂ ਕੀ ਬਾਣੀ ਦਾ ਪ੍ਰਤਾਪ ਹੈ, ਸਿਮਰਨ ਦਾ ਪ੍ਰਤਾਪ ਹੈ। ਇਸ ਕਰਕੇ ਉਹਨਾਂ ਲੋਕਾਂ ਦੇ ਮਗਰ ਨਾ ਲੱਗਿਆ ਜਾਏ ਜਿਹੜੇ ਕਹਿੰਦੇ ਸਿਮਰਨ ਕੀਰਤਨ ਦਾ ਕੋਈ ਫਾਇਦਾ ਨਹੀਂ, ਇਹਨੇ ਸਾਨੂੰ ਕੁਝ ਨਹੀਂ ਦਿੱਤਾ, ਫਲਾਣ ਢੀਂਗ ਨਹੀਂ। ਠੀਕ ਸਤਿਗੁਰੂ ਜੀ ਨੇ ਸਾਨੂੰ ਕਰਮ ਯੋਗੀ ਬਣਾਇਆ ਭਈ ਇਸ ਤਰ੍ਹਾਂ ਲੜਨਾ ਵੀ ਅਸੀਂ ਮਰਦਾਂ ਮਨੁੱਖ ਹਾਂ, ਤੇ ਇਸ ਪ੍ਰਕਾਰ ਲੜ ਕੇ ਵੀ ਅਸੀਂ ਆਪਣਾ ਧਰਮ ਬਚਾਉਣਾ, ਪਰ ਸਿਮਰਨ ਸਾਡੀ ਨਹੀਂ ਹੈ। ਸਾਡਾ ਮੁੱਖ ਕਰਮ ਸਿਮਰਨ ਤੋਂ ਸ਼ੁਰੂ ਹੁੰਦਾ ਹੈ। ਰਹੋ ਵਿਚਾਰ ਵਲਵਲੇ ਅੰਦਰ ਕਈ ਪੈਦਾ ਹੋਏ ਸੀ ਕਿ ਇਸ ਸੰਬੰਧ ਵਿੱਚ ਕੁਝ ਬੇਨਤੀਆਂ ਕਰਾਂਗਾ, ਪਰ ਕੱਲ੍ਹ ਦੇ ਦੀਵਾਨ 'ਚ ਫਿਰ ਦਾਸ ਦਾ ਸਮਾਂ ਹੈ, ਇੱਥੋਂ ਵਿਚਾਰ ਅੱਗੇ ਆਰੰਭ ਕਰਨ ਦਾ ਯਤਨ ਕਰਾਂਗਾ। ਅੱਜ ਦੇ ਦੀਵਾਨ 'ਚ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰ ਰਹੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।